ਹੈਲੋ एवरीवन ਵੈਲਕਮ ਟੂ ਆਈਪੀਸੀ ਇੰਟੈਲੀਜੈਂਸ ਪਲੱਸ ਕੈਰੀਅਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਜੋ ਆਪਣਾ ਲੈਕਚਰ ਹੈ ਇਹ ਲੈਕਚਰ ਰਹਿਣ ਵਾਲਾ ਹੈ ਐਗਰੀਕਲਚਰ ਦੇ ਪਾਰਟ 4 ਦੇ ਉੱਪਰ ਤੇ ਇਸ ਪਾਰਟ ਦੇ ਵਿੱਚ ਆਪਾਂ ਕਵਰ ਕਰਾਂਗੇ ਕ੍ਰੌਪਿੰਗ ਸੀਜ਼ਨ ਇਨ ਇੰਡੀਆ। ਭਾਰਤ ਦੇ ਵਿੱਚ ਜੋ ਫਸਲਾਂ ਦੇ ਅਲੱਗ-ਅਲੱਗ ਸੀਜ਼ਨ ਨੇ ਉਹਨਾਂ ਨੂੰ ਕਵਰ ਕੀਤਾ ਜਾਏਗਾ ਇਸ ਲੈਕਚਰ ਦੇ ਵਿੱਚ। ਇਸ ਤੋਂ ਪਹਿਲਾਂ ਆਪਣੇ 3 ਲੈਕਚਰ ਆ ਚੁੱਕੇ ਨੇ, ਅਗਰ ਤੁਸੀਂ ਉਹ ਨਹੀਂ ਦੇਖੇ ਤਾਂ ਪਹਿਲਾਂ ਉਹ ਦੇਖੋ, ਫਿਰ ਤੁਸੀਂ ਚੌਥਾ ਲੈਕਚਰ ਦੇਖ ਕੇ ਆਪਣੇ ਨੋਟਸ ਬਣਾ ਲਿਓ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ अगर तुसी साडा YouTube चैनल IPC इंस्टीट्यूट इस नूं सबसक्राइब नहीं कीता तो सब तो पहला इस नूं सबसक्राइब करो ताकि फ्यूचर विच आउण वालियां हर एक वीडियो लैक्चर्स दी नोटिफिकेशन तुहानूं अपने आप मिलती रहे। इस तो इलावा साडा इंस्टाग्राम उपर भी अकाउंट है जिस दे उपर असीं अपडेट हुंदे रहने हां। जो भी साडियां ऑफलाइन और ऑनलाइन कोर्सेज रिलेटेड नोटिफिकेशनस ने जां फिर न्यू पोस्ट दे रिलेटेड नोटिफिकेशनस ने उन्हां सब नूं असीं अपडेट करदे रहने हां इंस्टाग्राम उपर भी। तो तुसीं इंस्टाग्राम उपर भी साडे मैंबर बन सकदे हो। इसका लिंक तुहानूं डिस्क्रिप्शन दे विच प्रोवाइड करवाया जाएगा। सब तो इंपॉर्टेंट है साडा टैलीग्राम दे विच मैंबर बनना। अगर तुसीं टैलीग्राम ग्रुप नूं ज्वाइन करदे हो तो तुहाडी फ्री दे विच बहुत अच्छी कोचिंग होएगी, क्योंकि टैलीग्राम दे उपर एक तां तुहाडी प्रैपरेशन दे लई डेली बेसिस दे उत्ते टैसट लए जांदे ने। दूसरा जो भी ये वीडियो लैक्चरस ने इन्हां सब दे PDF तुहानूं टैलीग्राम ग्रुप विच ही मिलणगे ते डेली बेसिस दे उत्ते जो करंट अफेयर भी अपडेट हुंदा है वो भी साडे टैलीग्राम ग्रुप विच ही हुंदा है। तां देरी ना करदे होए टैलीग्राम ग्रुप नूं ज्वाइन करो, जो कि जिस दा लिंक तुहानूं डिस्क्रिप्शन दे विच दित्ता गया है उस दे उपर तुसीं क्लिक करके साडा टैलीग्राम दे विच मैंबर साडे बन सकदे हो। अगर तुसीं साडे ऑफलाइन एंड ऑनलाइन कोर्स दे रिलेटेड कोई भी डाउट क्लीयर करना चाहुंदे हो जां फिर कोई भी इन्फॉर्मेशन लेना चाहुंदे हो तो तुसीं दित्ते होए 2 नंबर्स दे उपर सानूं कंटैक्ट कर सकदे हो। इन्हां नंबर्स दे उत्ते कंटैक्ट करके तुसीं अपनी हर एक क्वेरी दा आंसर लै सकदे हो। तुहाडी हर एक क्वेरी दा आंसर कीता जाएगा ते तुहाडे डाउट्स क्लीयर कीते जाणगे। इस तो इलावा साडीआं 3 सीरीज़ चल रहीआं नेगीआं। एक सीरीज़ है पटवारी नूं लैके, पटवारी दे मॉक टैसट दी सीरीज़ चल रही है जिस दे विच तुहानूं 21 मॉक टैसट दित्ते जाणगे। ਇਹ ਹੋਣਗੇ ਸਾਰੇ ਆਫਲਾਈਨ। ਇਸ ਦੀ ਤੁਹਾਨੂੰ PDFs ਦਿੱਤੀਆਂ ਜਾਣਗੀਆਂ ਜੋ ਕਿ ਤੁਸੀਂ ਸਾਡੇ ਤੋਂ ਪੇ ਕਰ ਸਕਦੇ ਹੋ। ਇਸ ਤੋਂ ਇਲਾਵਾ YouTube ਦੇ ਉੱਪਰ ਸਾਡੀ ਇੱਕ ਸੀਰੀਜ਼ ਚੱਲ ਰਹੀ ਹੈ ਪਟਵਾਰੀ ਦੇ ਪੇਪਰ ਨੂੰ ਲੈ ਕੇ, ਜਿਸ ਦੇ ਵਿੱਚ ਤੁਹਾਨੂੰ ਫ੍ਰੀ ਦੇ 5 ਮੌਕ ਟੈਸਟ ਦਿੱਤੇ ਜਾਣਗੇ, ਜਿਸ ਵਿੱਚੋਂ 2 ਆ ਚੁੱਕੇ ਨੇ ਤੇ ਇੱਕ ਹੋਰ ਸੀਰੀਜ਼ ਚਲਾਈ ਗਈ ਹੈ ਐਕਸਾਈਜ਼ ਇੰਸਪੈਕਟਰ ਦੀ। ਐਕਸਾਈਜ਼ ਇੰਸਪੈਕਟਰ ਦਾ ਪੇਪਰ ਆਇਆ ਹੈ, ਉਸ ਦੀ ਵੀ ਇੱਕ ਸੀਰੀਜ਼ ਚਲਾਈ ਗਈ ਹੈ ਜਿਸ ਦੇ ਵਿੱਚ ਕਿ ਅਸੀਂ ਤੁਹਾਨੂੰ 5 ਮੌਕ ਟੈਸਟ ਫ੍ਰੀ ਦੇਵਾਂਗੇ ਆਨਲਾइन। ਤਾਂ ਉਸ ਦਾ ਫਸਟ ਜੋ ਮੌਕ ਹੈ ਉਸ ਦਾ ਫਸਟ ਮੌਕ ਅੱਜ ਲਿਆ ਜਾਏਗਾ ਸ਼ਾਮ ਨੂੰ 5 ਵਜੇ। ਤਾਂ ਅਗਰ ਤੁਸੀਂ ਉਹ ਵੀ ਆਪਣਾ ਪ੍ਰੈਪਰੇਸ਼ਨ ਚੈੱਕ ਕਰਨੀ ਚਾਹੁੰਦੇ ਹੋ ਕਿ ਤੁਸੀਂ ਕਿਸ ਲੈਵਲ ਤੇ ਸਟੈਂਡ ਕਰਦੇ ਹੋ ਤਾਂ ਤੁਸੀਂ ਇਸ ਮੌਕ ਨੂੰ ਦੇ ਸਕਦੇ ਹੋ। ਅਗਰ ਤੁਸੀਂ ਪਟਵਾਰੀ ਐਗਜ਼ਾਮ ਫਿਲ ਕੀਤਾ ਹੋਇਆ ਤਾਂ ਤੁਸੀਂ ਉਹ 5 ਮੌਕ ਦੇ ਵਿੱਚੋਂ 2 ਮੌਕ ਅਸੀਂ ਲੈ ਚੁੱਕੇ ਹਾਂ ਜੋ ਤੁਹਾਨੂੰ ਸਾਡੇ YouTube ਦੇ ਉੱਪਰ ਮਿਲ ਜਾਣਗੇ, ਉਸ ਨੂੰ ਵੀ ਤੁਸੀਂ ਕੰਡਕਟ ਕਰ ਸਕਦੇ ਹੋ। ਬਾਕੀ ਸਾਨੂੰ ਬਹੁਤ ਪਤਾ ਲੱਗ ਰਿਹਾ ਹੈ ਕਿ ਤੁਸੀਂ ਨੈਬ ਤਹਿਸੀਲਦਾਰ ਦੇ ਮੌਕ ਦੀ ਵੀ ਬੜੀ ਵੇਟ ਕਰ ਰਹੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਨੈਬ ਤਹਿਸੀਲਦਾਰ ਦੇ ਰਿਲੇਟਡ ਵੀ ਇੱਕ ਸੀਰੀਜ਼ ਸਟਾਰਟ ਕਰੀਏ ਤਾਂ ਤੁਸੀਂ ਨੈਬ ਤਹਿਸੀਲਦਾਰ ਦੇ ਰਿਲੇਟਡ ਮੌਕ ਲੈਣਾ ਚਾਹੁੰਦੇ ਹੋ ਫ੍ਰੀ ਦੇ ਮੌਕ ਜੋ ਤੁਸੀਂ YouTube ਦੇ ਉੱਪਰ ਲਵਾਂਗੇ ਤਾਂ ਉਸ ਦੇ ਲਈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਜਲਦੀ ਹੀ ਨੈਬ ਤਹਿਸੀਲਦਾਰ ਦੇ ਮੌਕ ਟੈਸਟ ਦੀ ਵੀ ਸੀਰੀਜ਼ ਸਟਾਰਟ ਕਰ ਦੇਵਾਂਗੇ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਅੱਜ ਦੇ ਲੈਕਚਰ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਪੜ੍ਹਨ ਵਾਲੀ ਹੈ ਕਿ ਇੰਡੀਆ ਦੇ ਵਿੱਚ ਕ੍ਰੌਪਿੰਗ ਸੀਜ਼ਨਸ ਹੈ ਕਿੰਨੇ ਪ੍ਰਕਾਰ ਦੇ, ਹਾਊ ਮੈਨੀ ਟਾਈਪਸ, ਕਿੰਨੀਆਂ ਟਾਈਪਸ ਨੇ ਕ੍ਰੌਪਿੰਗ ਸੀਜ਼ਨ ਦੀਆਂ। ਤਾਂ ਯਾਦ ਰੱਖਣਾ ਹੈ 3 ਟਾਈਪਸ, 3 ਟਾਈਪ ਦੇ ਕ੍ਰੌਪਿੰਗ ਸੀਜ਼ਨ ਨੇ ਭਾਰਤ ਦੇ ਵਿੱਚ ਫਸਲਾਂ ਦੇ। ਕਿਹੜੇ? ਰੱਬੀ ਫਸਟ, ਫਿਰ ਜ਼ੈਦ, ਦੈਨ ਖਰੀਫ। ਇਹ 3 ਨੇਗੇ, 3 ਸੀਜ਼ਨ ਨੇ ਜੋ ਕਿ ਜਿਸ ਦੇ ਵਿੱਚ ਆਪਾਂ ਅਲੱਗ-ਅਲੱਗ ਫਸਲਾਂ ਬੀਜਦੇ ਹਾਂ ਤੇ ਉਹਨਾਂ ਦੀ ਪੈਦਾਵਾਰ ਲੈਂਦੇ ਹਾਂ। ਤਾਂ ਰੱਬੀ, ਜ਼ੈਦ ਐਂਡ ਖਰੀਫ। ਰੱਬੀ ਨੂੰ ਕਿਹਾ ਜਾਂਦਾ ਹੈ ਹਾੜੀ ਦੀ ਫਸਲ, ਜ਼ੈਦ ਨੂੰ ਜ਼ੈਦ ਹੀ ਤੇ ਖਰੀਫ ਨੂੰ ਸਾਉਣੀ ਦੀ ਫਸਲ, ਜੋ ਕਿ ਜ਼ੈਦ ਫਸਲ ਜੋ ਹੈ ਉਹ ਲਈ ਜਾਂਦੀ ਹੈ ਰੱਬੀ ਤੇ ਖਰੀਫ ਦੇ ਵਿੱਚ ਜੋ ਆਪਾਂ ਨੂੰ ਟਾਈਮ ਮਿਲਦਾ ਹੈ। ਇਸ ਤੋਂ ਇਲਾਵਾ ਇੱਕ ਬੜਾ ਹੀ ਅੱਛਾ ਕੁਐਸਚਨ ਆਉਂਦਾ ਹੈ ਕਿ ਇੰਡੀਆ ਦੇ ਵਿੱਚ ਐਗਰੀਕਲਚਰਲ ਈਅਰ ਕਦੋਂ ਸਟਾਰਟ ਹੁੰਦਾ ਹੈ ਤੇ ਕਦੋਂ ਤੱਕ ਹੁੰਦਾ ਹੈ। ਤਾਂ ਯਾਦ ਰੱਖਣਾ ਫਸਟ ਆਫ ਜੁਲਾਈ ਤੋਂ ਸਟਾਰਟ ਹੋ ਕੇ ਇਹ 30 ਜੂਨ ਤੱਕ ਹੁੰਦਾ ਹੈ ਐਗਰੀਕਲਚਰ ਈਅਰ। ਇੰਡੀਆ ਦੇ ਵਿੱਚ ਜੋ ਖੇਤੀਬਾੜੀ ਦਾ ਸਾਲ ਹੈ ਉਹ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਹੁੰਦਾ ਹੈ। ਜੁਲਾਈ ਤੋਂ ਜੂਨ ਕਿਹੜਾ ਸਾਲ ਹੁੰਦਾ ਹੈ ਐਗਰੀਕਲਚਰ ਈਅਰ। ਫਾਈਨੈਂਸ਼ੀਅਲ ਈਅਰ ਹੁੰਦਾ ਹੈ ਹਮੇਸ਼ਾ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। 1 ਅਪ੍ਰੈਲ ਤੋਂ 31 ਮਾਰਚ ਤੱਕ ਕਿਹੜਾ ਸਾਲ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਫਾਈਨੈਂਸ਼ੀਅਲ ਈਅਰ। ਫਾਈਨਾਂਸ ਦਾ ਕੰਮ ਹੁੰਦਾ ਹੈ ਸਾਰਾ। ਜੇ ਆਪਣਾ ਐਗਰੀਕਲਚਰ ਈਅਰ ਇਹ 1 ਤੋਂ ਲੈ ਕੇ 30 ਜੂਨ ਤੱਕ। ਇਹ ਬੜਾ ਅੱਛਾ ਕੁਐਸਚਨ ਆਉਂਦਾ ਹੈ ਆਪਣੇ ਐਗਰੀਕਲਚਰ ਦੇ ਰਿਲੇਟਡ। ਤਾਂ 3 ਸੀਜ਼ਨ ਨੇ ਆਪਣੇ ਰੱਬੀ, ਜ਼ੈਦ ਐਂਡ ਖਰੀਫ। ਹੁਣ ਇਹਨਾਂ ਨੂੰ ਪੜ੍ਹਦੇ ਹਾਂ ਥੋੜੀ ਜਿਹੀ ਡਿਟੇਲ ਦੇ ਵਿੱਚ। ਖਰੀਫ ਸੀਜ਼ਨ ਨੂੰ ਆਪਾਂ ਜ਼ਿਆਦਾਤਰ ਕਹਿੰਦੇ ਹਾਂ ਮੌਨਸੂਨ ਦੇ ਸੀਜ਼ਨ, ਜਿਸ ਦੇ ਵਿੱਚ ਮੌਨਸੂਨ ਦੇ ਰਿਲੇਟਡ ਕ੍ਰੌਪਸ ਨੂੰ ਬੀਜਿਆ ਜਾਂਦਾ ਹੈ ਤੇ ਫਸਲਾਂ ਲਈਆਂ ਜਾਂਦੀਆਂ ਨੇ। ਖਰੀਫ ਨੂੰ ਪੰਜਾਬੀ ਵਿੱਚ ਆਪਾਂ ਸਾਉਣੀ ਦੀ ਫਸਲ ਵੀ ਕਹਿ ਦਿੰਦੇ ਹਾਂ। ਜ਼ੈਦ ਦੀ ਜੋ ਫਸਲ ਹੁੰਦੀ ਹੈ ਇਹ ਬੀਜੀ ਜਾਂਦੀ ਹੈ ਸਮਰ ਦੇ ਵਿੱਚ, ਗਰਮੀ ਦੇ ਵਿੱਚ। ਤੇ ਰੱਬੀ ਦੀ ਇਹ ਆਪਾਂ ਠੰਡ ਵਿੱਚ ਬੀਜਦੇ ਹਾਂ, ਵਿੰਟਰ ਕ੍ਰੌਪਸ ਕਹਿ ਦਿੰਦੇ ਹਾਂ।
ਖਰੀਫ ਕ੍ਰੌਪ ਦੀਆਂ ਐਗਜ਼ਾਮਪਲਸ ਨੇ ਰਾਈਸ, ਕਾਟਨ, ਕਪਾਹ, ਮੇਜ਼, ਮੱਕੀ, ਗਰਾਊਂਡਨਟ, ਮੂੰਗਫਲੀ। ਇਹ ਸਾਰੀਆਂ ਕਿਸ ਦੀਆਂ ਐਗਜ਼ਾਮਪਲਸ ਨੇ? ਖਰੀਫ ਕ੍ਰੌਪਸ ਦੀਆਂ ਐਗਜ਼ਾਮਪਲਸ ਨੇ। ਜੈਦ ਦੇ ਵਿੱਚ ਆਪਾਂ ਬੀਜਦੇ ਹਾਂ ਵਾਟਰਮੈਲਨ, ਤਰਬੂਜ, ਕੁਕੁੰਬਰ, ਖੀਰਾ, ਖਰਬੂਜਾ। ਇਹ ਸਾਰਾ ਕੁਝ ਕਿਹਦੇ ਵਿੱਚ ਆਉਂਦਾ ਹੈ? ਜੈਦ ਦੇ ਵਿੱਚ ਆਉਂਦਾ ਹੈ। ਤੇ ਰੱਬੀ ਕ੍ਰੌਪਸ ਦੇ ਵਿੱਚ ਆਉਂਦਾ ਹੈ ਵੀਟ, ਕਣਕ, ਪੀ, ਮਟਰ, ਬਾਰਲੇ, ਜੌਂ, ਗ੍ਰਾਮ, ਛੋਲੇ। ਇਹ ਸਾਰਾ ਕੁਝ ਕਿਸ ਦੇ ਵਿੱਚ ਆਉਂਦਾ ਹੈ ਜੀ? ਹਾੜੀ ਦੀਆਂ ਫਸਲਾਂ ਦੇ ਵਿੱਚ ਆਉਂਦਾ ਹੈ। ਹਾੜੀ ਦੀ ਫਸਲ ਦੀਆਂ ਐਗਜ਼ਾਮਪਲਸ ਨੇ ਕਣਕ, ਮਟਰ, ਜੌਂ, ਗ੍ਰਾਮ। ਜੈਦ ਦੀ ਫਸਲ ਦੀਆਂ ਐਗਜ਼ਾਮਪਲਸ ਨੇ ਵਾਟਰਮੈਲਨ, ਕੁਕੁੰਬਰ, ਤਰਬੂਜ ਤੇ ਖੀਰਾ। ਖਰੀਫ ਸਾਉਣੀ ਦੀਆਂ ਫਸਲਾਂ ਦੀ ਐਗਜ਼ਾਮਪਲ ਨੇ ਚੌਲ, ਕਪਾਹ, ਮੱਕੀ, ਮੂੰਗਫਲੀ। ਇਹ ਸਾਰੀਆਂ ਐਗਜ਼ਾਮਪਲਸ ਨੇ ਸਾਉਣੀ ਦੀਆਂ। ਇਹਨੂੰ ਹੋਰ ਡਿਟੇਲ ਵਿੱਚ ਪੜ੍ਹਦੇ ਹਾਂ ਥੋੜਾ ਜਿਹਾ। ਦੇਖੋ, ਪਹਿਲੀ ਗੱਲ ਹੈਗੀ ਹੈ ਰੱਬੀ। ਰੱਬੀ ਨੂੰ ਕਿਹਾ ਜਾਂਦਾ ਹਾੜੀ ਦੀ ਫਸਲ। ਇਹ ਜੋ ਫਸਲ ਹੈ ਇਹ ਉਗਾਈ ਜਾਂਦੀ ਹੈ ਅਕਤੂਬਰ ਨਵੰਬਰ ਦੇ ਵਿੱਚ। ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ ਇਸ ਦੀ ਬਿਜਾਈ ਹੁੰਦੀ ਹੈ ਤੇ ਇਸ ਵਿੱਚ ਜੋ ਫਸਲਾਂ ਪੱਕ ਕੇ ਕਟਾਈ ਹੁੰਦੀ ਹੈ ਇਸ ਦੀ ਕਟਾਈ ਕੀਤੀ ਜਾਂਦੀ ਹੈ ਮਾਰਚ ਅਪ੍ਰੈਲ ਦੇ ਵਿੱਚ। ਤਾਂ ਹਾਰਵੈਸਟ ਹੁੰਦੀ ਹੈ ਇਸ ਦੀ ਮਾਰਚ ਅਪ੍ਰੈਲ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਇਹ ਮਾਰਚ ਤੋਂ ਅਕਤੂਬਰ ਜਾਂ ਫਿਰ ਅਕਤੂਬਰ ਤੋਂ ਮਾਰਚ, ਇਸ ਟਾਈਮ ਦੇ ਵਿੱਚ ਜਿਹੜੀ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਰੱਬੀ ਦੀਆਂ ਫਸਲਾਂ। ਸਭ ਤੋਂ ਇੰਪੋਰਟੈਂਟ ਕੁਐਸਚਨ ਜੋ ਪੇਪਰ ਵਿੱਚ ਆਉਂਦੇ ਨੇ ਉਹ ਤੁਹਾਨੂੰ ਆਪਾਂ ਨੂੰ 4 ਫਸਲਾਂ ਦੇ ਕੇ ਪੁੱਛਿਆ ਜਾਊਗਾ ਕਿ ਇਹਨਾਂ ਵਿੱਚੋਂ ਕਿਹੜੀ ਫਸਲ ਰੱਬੀ ਦੀ ਹੈ ਜਾਂ ਨਹੀਂ ਹੈ। ਤਾਂ ਯਾਦ ਰੱਖਣਾ ਰੱਬੀ ਦੀਆਂ ਫਸਲਾਂ ਕਿਹੜੀਆਂ ਨੇ? ਵੀਟ, ਕਣਕ, ਗ੍ਰਾਮ, ਛੋਲੇ, ਮਸਟਰਡ, ਸਰੋਂ, ਬਾਰਲੇ, ਜੌਂ, ਰੈਪਸੀਡ, ਜਿਹਨੂੰ ਰੈਪਸੀਡ ਹੀ ਕਹਿੰਦੇ ਆ। ਇਹ ਸਾਰੀਆਂ ਕਿਸ ਦੀਆਂ ਐਗਜ਼ਾਮਪਲਸ ਨੇ? ਰੱਬੀ ਦੀਆਂ ਫਸਲਾਂ ਦੀਆਂ ਐਗਜ਼ਾਮਪਲਸ ਨੇ। ਹਾੜੀ ਦੀ ਫਸਲਾਂ ਦੀਆਂ ਇਹ ਆਪਣੀਆਂ ਉਦਾਹਰਨਾਂ ਨੇਗੀਆਂ। ਅਗਲੀ ਹੈਗੀ ਆ ਖਰੀਫ ਸਾਉਣੀ। ਸਾਉਣੀ ਦੀ ਫਸਲ ਜਦੋਂ ਉਗਾਈ ਜਾਂਦੀ ਹੈ ਉਸਨੂੰ ਉਹ ਜੂਨ ਦੇ ਵਿੱਚ ਉਗਾਈ ਜਾਂਦੀ ਹੈ ਤੇ ਇਸ ਤੋਂ ਜੋ ਫਸਲ ਲਈ ਜਾਂਦੀ ਹੈ ਉਹ ਲਈ ਜਾਂਦੀ ਹੈ ਸਤੰਬਰ ਦੇ ਵਿੱਚ। ਤਾਂ ਜੂਨ ਤੋਂ ਸਤੰਬਰ ਦਾ ਜੋ ਟਾਈਮ ਪੀਰੀਅਡ ਹੈ ਉਸ ਨੂੰ ਆਪਾਂ ਕਿਹੜਾ ਟਾਈਮ ਪੀਰੀਅਡ ਕਹਿ ਸਕਦੇ ਹਾਂ? ਖਰੀਫ ਦਾ ਟਾਈਮ ਪੀਰੀਅਡ ਕਹਿ ਸਕਦੇ ਹਾਂ, ਜੂਨ ਤੋਂ ਲੈ ਕੇ ਸਤੰਬਰ ਵਿੱਚ ਦਾ। ਇਸ ਦੇ ਵਿੱਚ ਜੋ ਫਸਲਾਂ ਹੁੰਦੀਆਂ ਨੇ ਉਹਨੇ ਰਾਈਸ, ਝੋਨਾ, ਕਾਟਨ, ਕਪਾਹ, ਬਾਜਰਾ, ਮੇਜ਼, ਮੱਕੀ, ਜਵਾਰ ਤੇ ਸ਼ੂਗਰਕੇਨ, ਗੰਨਾ। ਇਹ ਸਾਰੀਆਂ ਕਿਸ ਫਸਲ ਦੇ ਵਿੱਚ ਉਗਾਈਆਂ ਜਾਂਦੀਆਂ ਨੇ? ਕਿਸ ਸੀਜ਼ਨ ਦੇ ਵਿੱਚ? ਸਾਉਣੀ ਦੇ ਵਿੱਚ, ਖਰੀਫ ਦੇ ਵਿੱਚ। ਤੇ ਇਸ ਦੀ ਇੱਕ ਸਭ ਤੋਂ ਮੇਨ ਕਰੈਕਟਰ ਕੀ ਹੈ ਕਿ ਇਸ ਫਸਲਾਂ ਨੂੰ, ਜੋ ਇਸ ਸੀਜ਼ਨ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਨੇ, ਇਸ ਫਸਲਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਤਾਂ ਹੀ ਕਰਕੇ ਇਹ ਫਸਲਾਂ ਨੇਗੀਆਂ ਇਹ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਉਗਾਈਆਂ ਜਾਂਦੀਆਂ ਨੇ। ਤਾਂ ਐਗਜ਼ਾਮਪਲਾਂ ਬੜੀਆਂ ਹੀ ਇੰਪੋਰਟੈਂਟ ਨੇ, ਇਹਨਾਂ ਨੂੰ ਯਾਦ ਰੱਖਣਾ। ਰੱਬੀ ਦੀਆਂ ਕਿਹੜੀਆਂ ਨੇ? ਵੀਟ, ਗ੍ਰਾਮ, ਮਸਟਰਡ, ਬਾਰਲੇ, ਰੈਪਸੀਡ। ਖਰੀਫ ਦੀਆਂ ਕਿਹੜੀਆਂ ਨੇ? ਰਾਈਸ, ਕਾਟਨ, ਬਾਜਰਾ, ਮੇਜ਼, ਜਵਾਰ ਐਂਡ ਸ਼ੂਗਰਕੇਨ। ਆਖਰੀ ਰਹਿ ਗਈ ਜੇਡ। ਜੈਡ ਕ੍ਰੌਪਸ ਹੋ ਗਈਆਂ ਅਪ੍ਰੈਲ ਤੋਂ ਜੂਨ ਵਾਲੀਆਂ। ਦੇਖੋ ਆ ਮਾਰਚ ਤੋਂ ਅਕਤੂਬਰ ਜਾਣਾ ਮੈਂ ਤਾਂ ਪਿੱਛੋਂ ਕਿੱਥੋਂ ਆ? ਬੀਜੀ ਜਾਂਦੀ ਹੈ ਅਕਤੂਬਰ ਦੇ ਵਿੱਚ, ਵੱਢੀ ਜਾਂਦੀ ਹੈ ਮਾਰਚ ਦੇ ਵਿੱਚ। ਤਾਂ ਵਿੱਚੋਂ ਟਾਈਮ ਪੀਰੀਅਡ ਰਹਿ ਗਿਆ ਅਪ੍ਰੈਲ, ਮਈ। ਆਹ ਫਸਲਾਂ ਨੇ ਜਿਹੜੀਆਂ ਜੂਨ 'ਚ ਬੀਜੀਆਂ ਜਾਂਦੀਆਂ ਨੇ, ਸਤੰਬਰ 'ਚ ਕੱਟੀਆਂ ਜਾਂਦੀਆਂ ਨੇ। ਤਾਂ ਅਪ੍ਰੈਲ ਤੇ ਮਈ ਦਾ ਇਹ 2 ਮਹੀਨੇ ਵਿੱਚ ਖਾਲੀ ਰਹਿ ਗਏ। ਤਾਂ ਉਸ ਦੇ ਲਈ ਆਪਣੇ ਜੋ ਆਪਾਂ ਖੇਤਾਂ ਨੂੰ ਖਾਲੀ ਨਹੀਂ ਰੱਖ ਸਕਦੇ, ਤਾਂ ਅਪ੍ਰੈਲ ਤੇ ਮਈ ਵਾਲੇ ਇਸ ਸੀਜ਼ਨ ਦੇ ਵਿੱਚ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਅਪ੍ਰੈਲ ਤੇ ਮਈ ਵਾਲੇ 'ਚ, ਅਪ੍ਰੈਲ, ਮਈ ਤੇ ਜੂਨ, ਇਹ 3 ਤੋਂ ਲੈ ਕੇ ਅਪ੍ਰੈਲ ਤੋਂ ਲੈ ਕੇ ਜੂਨ ਵਿੱਚ ਜਿਹੜੀਆਂ ਆਪਾਂ ਫਸਲਾਂ ਬੀਜਦੇ ਹਾਂ, ਯਾਨੀ ਕਿ ਰੱਬੀ ਦੀਆਂ ਫਸਲਾਂ, ਹਾੜੀ ਦੀਆਂ ਫਸਲਾਂ ਕੱਟਣ ਤੋਂ ਬਾਅਦ ਖਰੀਫ ਦੀਆਂ ਫਸਲਾਂ ਬੀਜਣ ਤੋਂ ਪਹਿਲਾਂ ਜਿਹੜਾ ਵਿੱਚ 3 ਮਹੀਨੇ ਦਾ ਟਾਈਮ ਪੀਰੀਅਡ ਰਹਿੰਦਾ ਹੈ ਉਸ ਨੂੰ ਕਹਿੰਦੇ ਆਪਾਂ ਜੈਡ ਕ੍ਰੌਪਸ, ਜੈਡ ਸੀਜ਼ਨ। ਇਹਦੇ ਵਿੱਚ ਜਿਹੜੀਆਂ ਆਪਣੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਉਹ ਨੇਗੀਆਂ ਉੜਦ ਦੀ ਦਾਲਾਂ ਹੋ ਗਈਆਂ, ਮੂੰਗ ਹੋ ਗਈ, ਮੈਲਨਸ, ਖਰਬੂਜੇ ਹੋ ਗਏ, ਵਾਟਰਮੈਲਨ, ਤਰਬੂਜ ਹੋ ਗਏ, ਕੁਕੁੰਬਰ, ਖੀਰੇ ਹੋ ਗਏ। ਇਹ ਸਾਰੇ ਇਸ ਦੇ ਵਿੱਚ ਉਗਾਏ ਜਾਂਦੇ ਨੇ, ਜੈਡ ਕ੍ਰੌਪਸ ਦੇ ਵਿੱਚ ਉਗਾਏ ਜਾਂਦੇ ਨੇ, ਜੈਡ ਸੀਜ਼ਨ ਦੇ ਵਿੱਚ ਉਗਾਏ ਜਾਂਦੇ ਨੇ। ਤਾਂ 3 ਸੀਜ਼ਨ ਨੇਗੇ, ਰੱਬੀ, ਹਾੜੀ ਦਾ, ਖਰੀਫ ਸਾਉਣੀ ਦਾ ਤੇ ਜੈਡ। ਠੀਕ ਹੈ ਜੀ। ਸਭ ਤੋਂ ਇੰਪੋਰਟੈਂਟ ਕੀ ਹੈ? ਇੱਕ ਤਾਂ ਇਹਨਾਂ ਦਾ ਟਾਈਮ ਯਾਦ ਰੱਖਣਾ ਹੈ ਕਿ ਰੱਬੀ ਦੀ ਫਸਲ ਕਦੋਂ ਉਗਾਈ ਜਾਂਦੀ ਹੈ ਅਕਤੂਬਰ ਨਵੰਬਰ ਦੇ ਵਿੱਚ, ਵੱਢੀ ਜਾਂਦੀ ਹੈ ਮਾਰਚ ਅਪ੍ਰੈਲ ਦੇ ਵਿੱਚ। ਐਗਜ਼ਾਮਪਲਸ, ਉਦਾਹਰਨਾਂ ਬਹੁਤ ਇੰਪੋਰਟੈਂਟ ਨੇਗੀਆਂ, ਇਹ ਸਾਰੀਆਂ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਲਿਖ ਲੈਣੀਆਂ ਨੇ। ਖਰੀਫ ਸਾਉਣੀ ਦੀਆਂ, ਇਸ ਦਾ ਵੀ ਬੀਜੀਆਂ ਜਾਂਦੀਆਂ ਨੇ ਜੂਨ ਦੇ ਵਿੱਚ, ਵੱਢੀਆਂ ਜਾਂਦੀਆਂ ਨੇ ਸਤੰਬਰ ਦੇ ਵਿੱਚ। ਐਗਜ਼ਾਮਪਲਸ ਮੋਸਟ ਇੰਪੋਰਟੈਂਟ। ਜੈਡ ਦੀਆਂ, ਇਹ ਵੀ ਬੜਾ ਕੁਐਸਚਨ ਵਧੀਆ ਆਉਂਦੇ ਨੇਗੇ ਕਿ ਪੁੱਛਿਆ ਜਾਂਦਾ ਖਰਬੂਜਾ ਜਾਂ ਤਰਬੂਜ ਕਿਹੜੇ ਸੀਜ਼ਨ ਦੇ ਵਿੱਚ ਬੀਜੇ ਜਾਂਦੇ ਨੇ, ਤਾਂ ਆਨਸਰ ਆਊਗਾ ਜੈਡ ਸੀਜ਼ਨ ਦੇ ਵਿੱਚ। ਤੇ ਅਗਰ ਉਹਨਾਂ ਨੇ ਟਾਈਮ ਪੀਰੀਅਡ ਪੁੱਛ ਲਿਆ ਤਾਂ ਅਪ੍ਰੈਲ ਤੋਂ ਜੂਨ ਦੇ ਵਿੱਚ ਇਹ ਆਪਾਂ ਇਸ ਤੋਂ ਫਸਲ ਲੈ ਸਕਦੇ ਹਾਂ। ਤਾਂ ਇਹ 3 ਸੀਜ਼ਨ ਨੇ ਜੀ ਆਪਣੀਆਂ ਖੇਤੀਬਾੜੀ ਦੇ, ਆਪਣੀਆਂ ਫਸਲਾਂ ਦੇ, ਜਿਨ੍ਹਾਂ ਵਿੱਚ ਆਪਾਂ ਅਲੱਗ-ਅਲੱਗ ਫਸਲਾਂ ਬੀਜਦੇ ਹਾਂ। ਹੁਣ ਆਉਂਦੀ ਹੈ ਜੀ ਆਪਣੀਆਂ ਜੋ ਕੈਟਾਗਰੀਜ਼ ਨੇ, ਜੋ ਆਪਣੀਆਂ ਇੰਡੀਅਨ ਕ੍ਰੌਪਸ ਨੇ, ਆਪਣੀਆਂ ਫਸਲਾਂ ਨੇ, ਉਹਨਾਂ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਵੰਡ ਕੇ ਰੱਖਿਆ ਗਿਆ ਹੈ। ਸਭ ਤੋਂ ਪਹਿਲੀ ਕੈਟਾਗਰੀ ਹੈ ਫੂਡ ਕ੍ਰੌਪਸ। ਫੂਡ ਕ੍ਰੌਪਸ ਕਿਹੜੀਆਂ ਕ੍ਰੌਪਸ ਹੁੰਦੀਆਂ ਨੇ? ਕ੍ਰੌਪਸ ਡੈਟ ਆਰ ਯੂਜ਼ਡ ਫॉर ਹਿਊਮਨ ਕੰਜ਼ੰਪਸ਼ਨ, ਜੋ ਕਿ ਇਨਸਾਨ ਜਾਂ ਮਨੁੱਖ ਆਪਣੇ ਲਈ ਵਰਤਦਾ ਹੈ, ਆਪਣੇ ਖਾਣ ਪੀਣ ਲਈ, ਆਪਣਾ ਜੋ ਵੀ ਭੁੱਖ ਵਗੈਰਾ ਉਸਨੂੰ ਮਿਟਾਉਣ ਲਈ ਵਰਤਦਾ ਹੈ, ਉਸਨੂੰ ਕਹਿੰਦੇ ਆ ਆਪਾਂ ਫੂਡ ਕ੍ਰੌਪਸ, ਜਿਸ ਤੋਂ ਉਸਦਾ ਡੇਲੀ ਬੇਸ ਦਾ ਖਾਣਾ ਬਣਦਾ ਹੈ। ਰੋਟੀ ਹੋ ਗਈ, ਦਾਲਾਂ ਹੋ ਗਈਆਂ। ਇਹਦੇ ਵਿੱਚ ਕੀ ਆ ਜਾਂਦਾ? ਚਾਵਲ, ਰਾਈਸ, ਵੀਟ, ਕਣਕ, ਮੇਜ਼, ਮੱਕੀ, ਮਿਲਟ ਵਿੱਚ ਜਵਾਰ, ਬਾਜਰਾ ਇਹ ਆ ਜਾਂਦਾ ਹੈ।
ਪਲਸਿਸ ਦਾਲਾਂ, ਇਹ ਸਾਰੀਆਂ ਕਿਸ ਦੀਆਂ ਐਗਜ਼ਾਮਪਲਸ ਨੇ? ਇਹ ਸਾਰੀਆਂ ਐਗਜ਼ਾਮਪਲਸ ਨੇ ਫੂਡ ਕ੍ਰੌਪਸ ਦੀਆਂ। ਦੇਖੋ ਪੇਪਰ ਦੇ ਵਿੱਚ ਆਪਾਂ ਨੂੰ ਇਹ ਨਹੀਂ ਪੁੱਛਿਆ ਜਾਊਗਾ ਕਿ ਫੂਡ ਕ੍ਰੌਪਸ ਕੀ ਹੁੰਦੀਆਂ ਨੇ, ਆਪਾਂ ਨੂੰ ਫੂਡ ਕ੍ਰੌਪਸ ਦੀਆਂ ਐਗਜ਼ਾਮਪਲਸ ਪੁੱਛੀਆਂ ਜਾਣਗੀਆਂ, ਤਾਂ ਆਨਸਰ ਉਹੀ ਹੁੰਦੇ ਨੇ। ਬਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਫੂਡ ਕ੍ਰੌਪਸ ਕਿਹੜੀਆਂ ਹੁੰਦੀਆਂ ਨੇ। ਤਾਂ ਫੂਡ ਕ੍ਰੌਪਸ ਉਹ ਨੇ ਜਿਨ੍ਹਾਂ ਤੋਂ ਇੱਕ ਮਨੁੱਖ, ਇੱਕ ਇਨਸਾਨ ਆਪਣੀ ਡੇਲੀ ਦੀਆਂ ਜੋ ਲੋੜਾਂ ਨੇ, ਜੋ ਰੋਟੀ ਹੈ, ਚੌਲ ਹੈ, ਦਾਲਾਂ ਨੇ, ਜੋ ਆਪਣੀ ਭੁੱਖ ਮਿਟਾਉਂਦੀਆਂ ਨੇ, ਉਹਨਾਂ ਆਪਣੀਆਂ ਫਸਲਾਂ ਨੂੰ ਕਿਹਾ ਜਾਂਦਾ ਹੈ ਫੂਡ ਕ੍ਰੌਪਸ। ਐਗਜ਼ਾਮਪਲ ਤੁਹਾਡੇ ਸਾਹਮਣੇ ਹੈ। ਅਗਲੀ ਹੈ ਕੈਸ਼ ਕ੍ਰੌਪਸ। ਕੈਸ਼ ਕ੍ਰੌਪ ਨਾਮ ਤੋਂ ਹੀ ਪਤਾ ਲੱਗਦਾ ਹੈ ਕੈਸ਼ ਕ੍ਰੌਪ ਜੋ ਕਿ ਵੇਚਣ ਦੇ ਲਈ ਬੀਜੇ ਜਾਂਦੇ ਨੇ। ਤਾਂ ਕ੍ਰੌਪਸ ਵਿਚ ਆਰ ਗਰੋਨ ਫॉर ਸੇਲ ਐਦਰ ਇਨ ਏ ਰॉ ਫਾਰਮ ਔਰ ਇਨ ਸੈਮੀ ਪ੍ਰੋਸੈਸਡ ਫਾਰਮ। ਉਹ ਫਸਲਾਂ ਜਿਹੜੀਆਂ ਕਿ ਆਪਾਂ ਬੀਜਦੇ ਹੀ ਇਸ ਲਈ ਹਾਂ ਕਿ ਤਾਂ ਕਿ ਪੈਸੇ ਕਮਾ ਸਕੀਏ। ਫੂਡ ਕ੍ਰੌਪਸ ਉਹ ਨੇ ਜਿਹੜੀਆਂ ਆਪਾਂ ਬੀਜਦੇ ਹਾਂ ਜਾਂ ਕਿ ਆਪਣੀ ਭੁੱਖ ਮਿਟਾ ਸਕੀਏ, ਆਪਣੀ ਡੇਲੀ ਬੇਸਿਸ ਦੀ ਰਿਕੁਆਇਰਮੈਂਟ ਹੈ ਉਸ ਨੂੰ ਪੂਰਾ ਕਰ ਸਕੀਏ। ਪਰ ਕੈਸ਼ ਕ੍ਰੌਪਸ ਇਸ ਤਰੀਕੇ ਲਈ ਬੀਜੀਆਂ ਜਾਂਦੀਆਂ, ਉਹ ਬੀਜੀਆਂ ਜਾਂਦੀਆਂ ਨੇ ਕਿ ਆਪਾਂ ਵੱਧ ਤੋਂ ਵੱਧ ਪੈਸਾ ਕਮਾ ਸਕੀਏ। ਇਸ ਨੂੰ ਆਪਾਂ ਬੀਜਣਾ ਦੋ ਤਰੀਕੇ ਨਾਲ ਬੀਜ ਸਕਦੇ ਹਾਂ, ਜਾਂ ਤਾਂ ਜਿਵੇਂ ਇਹ ਖੇਤਾਂ 'ਚੋਂ ਆਈ ਉਵੇਂ ਹੀ ਵੇਚਦੀ, ਜਾਂ ਫਿਰ ਇਹਨਾਂ ਨੂੰ ਆਪਾਂ ਪ੍ਰੋਸੈਸ ਕਰਕੇ ਡੱਬਿਆਂ ਵਗੈਰਾ ਵਿੱਚ ਬੰਦ ਕਰਕੇ ਕਿਤੇ ਹੋਰ ਤਰੀਕੇ ਨਾਲ ਆਪਾਂ ਇਹਨਾਂ ਨੂੰ ਵੇਚੀਏ। ਤਾਂ ਇਸ ਦੇ ਵਿੱਚ ਐਗਜ਼ਾਮਪਲਸ ਯਾਦ ਰੱਖਣੀਆਂ ਨੇ। ਕੈਸ਼ ਕ੍ਰੌਪਸ ਦੀਆਂ ਐਗਜ਼ਾਮਪਲਸ ਕਿਹੜੀਆਂ ਨੇ? ਕਾਟਨ, ਕਪਾਹ ਕੈਸ਼ ਕ੍ਰੌਪ ਦੀ ਐਗਜ਼ਾਮਪਲ ਹੈ। ਜੂਟ, ਸ਼ੂਗਰ ਕੇਨ, ਤੰਬਾਕੂ ਐਂਡ ਆਇਲ ਸੀਡਸ, ਇਹ ਸਾਰੀਆਂ ਐਗਜ਼ਾਮਪਲਸ ਨੇ ਕੈਸ਼ ਕ੍ਰੌਪਸ ਦੀਆਂ। ਕਪਾਹ, ਜੂਟ, ਗੰਨਾ, ਤੰਬਾਕੂ ਤੇ ਜੋ ਵੀ ਆਪਣੇ ਆਇਲ ਸੀਡ ਨੇ, ਸਾਰੀਆਂ ਐਗਜ਼ਾਮਪਲਸ ਨੇ ਕੈਸ਼ ਕ੍ਰੌਪ ਦੀਆਂ। ਜੂਟ ਨੂੰ ਯਾਦ ਰੱਖਣਾ, ਜੂਟ ਨੂੰ ਕਿਹਾ ਜਾਂਦਾ ਹੈ ਗੋਲਡਨ ਫਾਈਬਰ। ਗੋਲਡਨ ਫਾਈਬਰ ਕਿਸ ਨੂੰ ਕਿਹਾ ਜਾਂਦਾ ਹੈ? ਜੂਟ ਨੂੰ ਕਿਹਾ ਜਾਂਦਾ ਹੈ। ਤੇ ਸਭ ਤੋਂ ਵੱਡਾ ਜੂਟ ਸਭ ਤੋਂ ਵੱਧ ਕਿਸੇ ਦੁਨੀਆ ਦੇ ਵਿੱਚ ਕਿਹੜੇ ਦੇਸ਼ ਵੱਲੋਂ ਉਗਾਇਆ ਜਾਂਦਾ ਹੈ? ਬੰਗਲਾਦੇਸ਼। ਬੰਗਲਾਦੇਸ਼ ਸਭ ਤੋਂ ਵੱਧ ਪ੍ਰੋਡਿਊਸ ਕਰਦਾ ਹੈ ਜੂਟ, ਇਹ ਯਾਦ ਰੱਖਣਾ। ਇੰਡੀਆ ਦੇ ਵਿੱਚ ਸਭ ਤੋਂ ਵੱਧ ਜੂਟ ਉਗਾਇਆ ਜਾਂਦਾ ਹੈ ਵੈਸਟ ਬੰਗਾਲ ਦੇ ਵਿੱਚ। ਇੱਕ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਅਗਲੇ ਨੇ ਜੀ ਪਲਾਂਟੇਸ਼ਨ ਕ੍ਰੌਪਸ। ਪਲਾਂਟੇਸ਼ਨ ਕ੍ਰੌਪਸ ਵੀ ਇੱਕ ਤਰ੍ਹਾਂ ਨਾਲ ਐਗਜ਼ਾਮਪਲਸ ਹੀ ਨੇਗੀਆਂ ਕੈਸ਼ ਕ੍ਰੌਪ ਦੀਆਂ। ਇਹਨਾਂ ਦਾ ਵੀ ਮੇਨ ਮੰਤਵ ਹੁੰਦਾ ਕਿ ਆਪਾਂ ਨੇ ਵੇਚਣ ਨੂੰ ਹੀ ਇਸ ਨੂੰ ਉਗਾਉਣਾ। ਮਤਲਬ ਪਲਾਂਟੇਸ਼ਨ ਕ੍ਰੌਪਸ ਕੀ ਹੁੰਦੀਆਂ ਨੇ? ਅਗਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਨੇ ਕਿ ਪਲਾਂਟੇਸ਼ਨ ਕ੍ਰੌਪਸ ਕਿਹੜੀਆਂ ਨੇ, ਕੈਸ਼ ਕ੍ਰੌਪ ਕਿਹੜੀਆਂ ਨੇ, ਫੂਡ ਕ੍ਰੌਪ ਕਿਹੜੀਆਂ ਨੇ, ਤਾਂ ਜੋ ਥਰਡ ਵੀਡੀਓ ਹੈ ਜਾਂ ਥਰਡ ਲੈਕਚਰ ਹੈ ਇਸ ਦਾ ਐਗਰੀਕਲਚਰ ਦਾ, ਉਸ ਦੇ ਵਿੱਚ ਆਪਾਂ ਨੇ ਇਹ ਸਾਰੀਆਂ ਹੀ ਜੋ ਟਾਈਪਸ ਆਫ ਐਗਰੀਕਲਚਰ ਹੈ ਉਸ ਨੂੰ ਡਿਸਕਸ ਕੀਤਾ ਹੈ। ਤਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ। ਉਰੇ ਮੈਂ ਮੋਟਾ ਸਮਝਾ ਦੇਵਾਂ। ਪਲਾਂਟੇਸ਼ਨ ਕ੍ਰੌਪਸ ਉਹ ਹੁੰਦੀਆਂ ਨੇ ਕਿ ਬਹੁਤ ਵੱਡੇ ਏਰੀਆ ਦੇ ਵਿੱਚ, ਇੱਕ ਬਹੁਤ ਵੱਡੇ ਏਰੀਆ ਦੇ ਵਿੱਚ ਸਿਰਫ ਇੱਕ ਤਰ੍ਹਾਂ ਦੀ ਹੀ ਫਸਲ ਲੱਗੀ ਹੋਈ ਆ। ਜਿਵੇਂ ਕਿ ਅਸਾਮ ਵਗੈਰਾ ਪਹਾੜੀ ਏਰੀਆ ਦੇ ਵਿੱਚ ਸਿਰਫ ਇੱਕ ਤਰ੍ਹਾਂ ਦੀ ਫਸਲ ਉੱਗਦੀ ਆ, ਆਪਾਂ ਉਹਨੂੰ ਕਹਿੰਦੇ ਆ ਚਾਹ, ਟੀ। ਤਾਂ ਉਹ ਸਾਰੇ ਬਹੁਤ ਵੱਡੇ ਏਰੀਆ ਦੇ ਵਿੱਚ ਸਿਰਫ ਇੱਕ ਤਰ੍ਹਾਂ ਦੀ ਹੀ ਫਸਲ ਉਗਾਈ ਜਾਂਦੀ ਹੈ, ਇੱਕ ਤਰ੍ਹਾਂ ਦੀ ਹੀ ਪਲਾਂਟਸ ਉਗਾਏ ਜਾਂਦੇ ਨੇ। ਇਸ ਨੂੰ ਕਿਹਾ ਜਾਂਦਾ ਹੈ ਪਲਾਂਟੇਸ਼ਨ ਕ੍ਰੌਪਸ ਕਿਹਾ ਜਾਂਦਾ। ਤਾਂ ਕ੍ਰੌਪਸ ਵਿਚ ਆਰ ਗਰੋਨ ਔਨ ਪਲਾਂਟੇਸ਼ਨ ਕਵਰਿੰਗ ਲਾਰਜ ਐਸਟੇਟਸ। ਉਹੀ ਚੀਜ਼, ਬਹੁਤ ਵੱਡੇ ਏਰੀਆ ਨੂੰ ਕਵਰ ਕੀਤਾ ਜਾਂਦਾ ਹੈ ਸਿਰਫ ਇੱਕ ਸਿੰਗਲ ਕ੍ਰੌਪ ਵੱਲੋਂ, ਉਸ ਨੂੰ ਕਿਹਾ ਜਾਂਦਾ ਹੈ ਪਲਾਂਟੇਸ਼ਨ ਕ੍ਰੌਪਸ। ਇਸ ਦੇ ਵਿੱਚ ਐਗਜ਼ਾਮਪਲ ਹੈ ਟੀ, ਕਾਫੀ, ਕੋਕੋਨਟ ਐਂਡ ਰਬੜ। ਇਹ ਸਾਰੀਆਂ ਐਗਜ਼ਾਮਪਲਸ ਨੇ ਪਲਾਂਟੇਸ਼ਨ ਕ੍ਰੌਪਸ ਦੀਆਂ। ਮੋਸਟ ਇੰਪੋਰਟੈਂਟ ਐਗਜ਼ਾਮਪਲਸ ਨੇ। ਐਗਜ਼ਾਮਪਲਸ ਮੈਂ ਫਿਰ ਕਹਿ ਰਿਹਾ ਤੁਸੀਂ ਯਾਦ ਰੱਖਣੀਆਂ ਨੇ ਪੂਰੇ ਅੱਛੇ ਤਰੀਕੇ ਦੇ ਨਾਲ। ਹਰ ਇੱਕ ਚੀਜ਼ ਦੀ ਐਗਜ਼ਾਮਪਲ ਤੁਸੀਂ ਯਾਦ ਰੱਖਣੀ ਹੈ। ਐਗਰੀਕਲਚਰ ਦੇ ਵਿੱਚ ਆਪਾਂ ਨੂੰ ਮੇਨਲੀ ਐਗਜ਼ਾਮਪਲਸ ਹੀ ਪੁੱਛੀਆਂ ਜਾਂਦੀਆਂ ਨੇ ਕਿ ਹੇਠ ਲਿਖੀਆਂ ਵਿੱਚੋਂ ਕਿਹੜੀ ਕ੍ਰੌਪ ਹੈ ਜਾਂ ਕਿਹੜੀ ਫਸਲ ਹੈ ਜੋ ਪਲਾਂਟੇਸ਼ਨ ਕ੍ਰੌਪ ਕਹਾਈ ਜਾਂਦੀ ਹੈ, ਕਿਹੜੀ ਹੈ ਜੋ ਕੈਸ਼ ਕ੍ਰੌਪ ਹੋਏਗੀ। ਆਖਿਰ ਦੇ ਵਿੱਚ ਹੈ ਹਾਰਟੀਕਲਚਰ। ਹਾਰਟੀਕਲਚਰ ਕਿਹਾ ਜਾਂਦਾ ਹੈ ਬਾਗਬਾਨੀ, ਜਿਸ ਦੇ ਵਿੱਚ ਆਪਾਂ ਆਪਣੇ ਫਲ ਜਾਂ ਫਿਰ ਸਬਜ਼ੀਆਂ ਉਗਾਉਣੇ ਆ। ਤਾਂ ਸੈਕਸ਼ਨ ਆਫ ਐਗਰੀਕਲਚਰ, ਐਗਰੀਕਲਚਰ ਦਾ ਉਹ ਸੈਕਸ਼ਨ ਜਿਸ ਦੇ ਵਿੱਚ ਆਪਾਂ ਫਰੂਟਸ ਐਂਡ ਵੈਜੀਟੇਬਲਸ ਨੂੰ ਗਰੋ ਕਰਦੇ ਹਾਂ, ਉਗਾਉਣੇ ਹਾਂ। ਇਸ ਦੀ ਐਗਜ਼ਾਮਪਲਸ ਆ ਜਾਏਗੀ ਹਰ ਤਰ੍ਹਾਂ ਦੇ ਫਰੂਟਸ ਤੇ ਹਰ ਤਰ੍ਹਾਂ ਦੀ ਵੈਜੀਟੇਬਲਸ। ਵੈਸੇ ਅਗਰ ਗੱਲ ਕਰੀਏ ਤਾਂ ਵੈਜੀਟੇਬਲ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਹਰ ਚੀਜ਼ ਹੀ ਫਰੂਟ ਹੈ। ਪਰ ਮੇਨਲੀ ਆਪਾਂ ਇਸ ਨੂੰ ਵੰਡ ਦਿੰਦੇ ਹਾਂ। ਫਰੂਟਸ ਹੋ ਗਏ ਜਿਸ ਨੂੰ ਆਪਾਂ ਰॉ ਖਾ ਸਕਦੇ ਹਾਂ, ਵੈਜੀਟੇਬਲਸ ਜਿਸ ਨੂੰ ਆਪਾਂ ਨੂੰ ਪਕਾ ਕੇ ਵਗੈਰਾ ਖਾਇਆ ਜਾਂਦਾ ਹੈ। ਤਾਂ ਫਰੂਟਸ ਐਂਡ ਵੈਜੀਟੇਬਲਸ ਇਹ ਸਾਰੀਆਂ ਹੁੰਦੀਆਂ ਨੇ ਹਾਰਟੀਕਲਚਰ ਦੇ ਵਿੱਚ। ਤਾਂ ਚਾਰ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ ਹੈ ਇੰਡੀਅਨ ਫਸਲਾਂ ਨੂੰ, ਕ੍ਰੌਪਸ ਨੂੰ। ਫੂਡ ਕ੍ਰੌਪ, ਕੈਸ਼ ਕ੍ਰੌਪ, ਪਲਾਂਟੇਸ਼ਨ ਐਂਡ ਹਾਰਟੀਕਲਚਰ। ਆਈ ਹੋਪ ਤੁਹਾਨੂੰ ਉਰੇ ਤੱਕ ਸਮਝ ਆਇਆ ਹੋਵੇਗਾ। ਤਾਂ ਨੈਕਸਟ ਦੇਖੋ, ਨੈਕਸਟ ਹੈ ਮੋਸਟ ਇੰਪੋਰਟੈਂਟ ਮੇਜਰ ਕ੍ਰੌਪਸ ਐਂਡ देयर ਏਰੀਆਜ਼ ਆਫ ਡਿਸਟ੍ਰੀਬਿਊਸ਼ਨ। ਅਲੱਗ-ਅਲੱਗ ਫਸਲਾਂ ਨੇ, ਉਹਨਾਂ ਨੂੰ ਕੀ ਟੈਂਪਰੇਚਰ ਚਾਹੀਦਾ, ਕਿੰਨੀ ਰੇਨਫਾਲ ਚਾਹੀਦੀ ਹੈ, ਕਿਸ ਸੋਇਲ ਦੇ ਵਿੱਚ, ਕਿਸ ਮਿੱਟੀ ਵਿੱਚ ਇਹ ਉੱਗਦੀ ਹੈ ਤੇ ਕਿਹੜੇ ਏਰੀਆਜ਼ ਦੇ ਵਿੱਚ ਇਹ ਮੇਨਲੀ ਹੁੰਦੀ ਹੈ। ਇਹ ਸਾਰਾ ਕੁਝ ਤੁਹਾਡਾ ਉਰੇ ਕਵਰ ਕੀਤਾ ਗਿਆ ਹੈ। ਇਸ ਦੇ ਉੱਪਰ ਮੇਨਲੀ ਸਿਰਫ ਇਸ ਇਕੱਲੇ ਟੌਪਿਕ ਦੇ ਉੱਪਰ ਐਗਰੀਕਲਚਰ ਦੇ ਵਿੱਚ 1 ਤੋਂ ਲੈ ਕੇ 2 ਕੁਐਸਚਨ ਆਉਣਗੇ ਹੀ ਆਉਣਗੇ। 1 ਤੋਂ ਲੈ ਕੇ 2 ਨੰਬਰ ਆਪਣੇ ਸਿਰਫ ਇਸ ਸਲਾਈਡ ਦੇ ਵਿੱਚੋਂ ਹੀ ਆਏਗਾ। ਤਾਂ ਇਸ ਨੂੰ ਬੜੇ ਧਿਆਨ ਨਾਲ ਦੇਖਣਾ ਹੈ। ਸਭ ਤੋਂ ਪਹਿਲੀ ਫਸਲ ਹੈ ਆਪਣੀ ਕਾਟਨ, ਜਿਸ ਨੂੰ ਕਹਿੰਦੇ ਆ ਕਪਾਹ। ਇਸ ਦੇ ਲਈ ਜੋ ਟੈਂਪਰੇਚਰ ਚਾਹੀਦਾ ਹੈ, ਇਸ ਦੀ ਜੋ ਮੋਡਰੇਟ ਟੈਂਪਰੇਚਰ ਹੈ ਉਹ ਹੈ 21 ਡਿਗਰੀ ਸੈਲਸੀਅਸ ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ। 21 ਡਿਗਰੀ ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਚਾਹੀਦਾ ਹੈ, ਤਾਪਮਾਨ ਚਾਹੀਦਾ ਇਸ ਦੇ ਲਈ। ਜੋ ਇਸ ਦੇ ਲਈ ਆਪਾਂ ਨੂੰ ਮੀਂਹ ਚਾਹੀਦਾ ਹੈ, ਵਰਖਾ ਚਾਹੀਦੀ ਹੈ 50 ਤੋਂ ਲੈ ਕੇ 75 ਸੈਂਟੀਮੀਟਰ ਦੇ ਵਿੱਚ। 50 ਤੋਂ ਲੈ ਕੇ 75 ਸੈਂਟੀਮੀਟਰ ਦੇ ਵਿੱਚ ਉੱਥੇ ਆਪਾਂ ਨੂੰ ਵਰਖਾ ਚਾਹੀਦੀ ਹੈ। ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਪਾਹ ਕਿਹੜੀ ਮਿੱਟੀ ਵਿੱਚ ਹੁੰਦੀ ਹੈ? ਤਾਂ ਯਾਦ ਰੱਖਣਾ ਹੈ ਬਲੈਕ ਸੋਇਲ। ਬਲੈਕ ਸੋਇਲ ਦੇ ਵਿੱਚ ਉਗਾਈ ਜਾਂਦੀ ਹੈ ਕਪਾਹ।
ਤਾਂ ਕਪਾਹ ਦੇ ਲਈ ਕਿਹੜੀ ਮਿੱਟੀ ਹੁੰਦੀ ਹੈ? ਕਾਲੀ ਮਿੱਟੀ। ਤੇ ਏਰੀਆਜ਼, ਕਿੰਨਾ ਏਰੀਆਜ਼ ਦੇ ਵਿੱਚ ਮੇਨਲੀ ਉਗਾਈ ਜਾਂਦੀ ਹੈ ਕਪਾਹ? ਉਹ ਨੇਗੇ ਗੁਜਰਾਤ, ਮਹਾਰਾਸ਼ਟਰ, ਪੰਜਾਬ। ਪੰਜਾਬ ਦਾ ਜੋ ਮਾਲਵਾ ਏਰੀਆ ਹੈ, ਮਾਲਵਾ ਏਰੀਆ ਨੂੰ ਕਿਹਾ ਜਾਂਦਾ ਹੈ ਕਾਟਨ ਬੈਲਟ। ਤਾਂ ਯਾਦ ਰੱਖਣਾ ਹੈ ਪੰਜਾਬ ਦੇ ਕਿਸ ਏਰੀਆ ਨੂੰ ਕਿਹਾ ਜਾਂਦਾ ਹੈ ਕਾਟਨ ਬੈਲਟ? ਮਾਲਵਾ ਏਰੀਆ ਨੂੰ। ਜੋ ਪੰਜਾਬ ਦਾ ਮਾਲਵੇ ਦਾ ਏਰੀਆ ਉਸ ਨੂੰ ਕਿਹਾ ਜਾਂਦਾ ਹੈ ਕਾਟਨ ਬੈਲਟ। ਤਾਂ ਗੁਜਰਾਤ, ਮਹਾਰਾਸ਼ਟਰ, ਪੰਜਾਬ, ਇਹਨਾਂ ਤਿੰਨਾਂ ਵਿੱਚ ਉਗਾਈ ਜਾਂਦੀ ਹੈ ਜੀ ਕਾਟਨ, ਕਪਾਹ। ਅਗਲੀ ਹੈਗੀ ਹੈ ਜੂਟ। ਇਸ ਨੂੰ ਇਹ ਹੈਗੀ ਇੱਕ ਫਾਈਬਰ ਕ੍ਰੌਪ। ਤਾਂ ਇਸ ਦੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਹੈ 24 ਤੋਂ ਲੈ ਕੇ 35 ਡਿਗਰੀ ਸੈਲਸੀਅਸ ਦੇ ਵਿੱਚ। ਰੇਨਫੋਲ ਚਾਹੀਦੀ ਹੈ 125 ਤੋਂ ਲੈ ਕੇ 200 ਸੈਂਟੀਮੀਟਰ ਦੇ ਵਿੱਚ। ਇੱਥੇ ਆਪਾਂ ਨੂੰ ਵਰਖਾ ਚਾਹੀਦੀ ਹੈ ਇਸ ਦੇ ਲਈ। ਇਹ ਮੇਨਲੀ ਉੱਗ ਸਕਦੀ ਹੈ ਸੈਂਡੀ ਆਇਲ, ਜੋ ਰੇਤਲੀ ਮਿੱਟੀ ਹੈ ਉਸ ਦੇ ਵਿੱਚ। ਤੇ ਇਸ ਦਾ ਏਰੀਆ ਜੋ ਇੰਡੀਆ ਦੇ ਵਿੱਚ ਸਭ ਤੋਂ ਵੱਧ ਹੈ ਵੈਸਟ ਬੰਗਾਲ, ਉੜੀਸਾ, ਬਿਹਾਰ, ਅਸਾਮ, ਇਹਨਾਂ ਏਰੀਆਜ਼ ਦੇ ਵਿੱਚ ਉਗਾਈ ਜਾਂਦੀ ਹੈ। ਇਹਨਾਂ ਵਿੱਚ ਵੀ ਸਭ ਤੋਂ ਜ਼ਿਆਦਾ ਇਹ ਉਗਾਈ ਜਾਂਦੀ ਹੈ ਵੈਸਟ ਬੰਗਾਲ ਦੇ ਵਿੱਚ। ਤੇ ਪੂਰੇ ਵਰਲਡ ਦੇ ਵਿੱਚ ਇਹ ਉਗਾਈ ਜਾਂਦੀ ਹੈ ਬੰਗਲਾਦੇਸ਼ ਦੇ ਵਿੱਚ। ਮੈਂ ਹੁਣ ਪਿੱਛੇ ਵੀ ਦੱਸ ਕੇ ਹਟਿਆ, ਇਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖਣਾ ਹੈ। ਅੱਗੇ ਹੈ ਜੀ ਸ਼ੂਗਰ ਕੇਨ, ਗੰਨਾ। ਗੰਨੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 20 ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ। 150 ਸੈਂਟੀਮੀਟਰ ਰੇਨਫਾਲ ਚਾਹੀਦੀ ਹੈ। ਲੂਮੀ ਮਿੱਟੀ, ਜੋ ਵੀ ਆਪਣੀ ਲੂਮੀ ਸੋਇਲ ਹੈ ਉਸ ਦੇ ਵਿੱਚ ਇਸ ਨੂੰ ਉਗਾਇਆ ਜਾਂਦਾ ਹੈ। ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਗੰਨੇ ਦੀ ਯੂਪੀ ਦੇ ਵਿੱਚ। ਦੇਖੋ ਸ਼ੂਗਰ ਕੇਨ ਪੁੱਛ ਲੈਣ ਤਾਂ ਯੂਪੀ ਦੇ ਵਿੱਚ, ਅਗਰ ਪੁੱਛ ਲੈਣ ਖੰਡ, ਚੀਨੀ, ਸ਼ੂਗਰ, ਤਾਂ ਉਹ ਯਾਦ ਰੱਖਣਾ ਹੈ ਉਸ ਦੀਆਂ ਸ਼ੂਗਰ ਮਿਲਸ ਜੋ ਸਭ ਤੋਂ ਵੱਧ ਨੇ ਇੰਡੀਆ ਦੇ ਵਿੱਚ ਉਹਨੇ ਮਹਾਰਾਸ਼ਟਰ ਦੇ ਵਿੱਚ। ਤਾਂ ਸ਼ੂਗਰ ਦਾ ਸਭ ਤੋਂ ਵੱਧ ਪੈਦਾਵਾਰ ਮਹਾਰਾਸ਼ਟਰ ਕਰਦਾ ਹੈ, ਪਰ ਗੰਨੇ ਦੀ ਸਭ ਤੋਂ ਵੱਧ ਪੈਦਾਵਾਰ ਯੂਪੀ, ਉੱਤਰ ਪ੍ਰਦੇਸ਼ ਕਰਦਾ ਹੈ। ਤਾਂ ਯੂਪੀ, ਤਮਿਲਨਾਡੂ ਐਂਡ ਮਹਾਰਾਸ਼ਟਰ, ਇਹ ਤਿੰਨੋਂ ਨੇਗੀਆਂ ਸ਼ੂਗਰ ਕੇਨ ਦੀਆਂ, ਇਹ ਯਾਦ ਰੱਖਣੀਆਂ। ਅੱਗੇ ਹੈ ਜੀ ਚੌਲ, ਰਾਈਸ। ਰਾਈਸ ਦੇ ਲਈ ਜੋ ਆਪਾਂ ਨੂੰ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 24 ਤੋਂ ਲੈ ਕੇ 27 ਡਿਗਰੀ ਸੈਲਸੀਅਸ ਦੇ ਵਿੱਚ। 150 ਤੋਂ ਸੈਂਟੀਮੀਟਰ ਚਾਹੀਦੀ ਹੈ ਆਪਾਂ ਨੂੰ ਰੇਨਫਾਲ। ਮਿੱਟੀ ਇਹਦੇ ਵਿੱਚ ਆ ਸਕਦੀ ਹੈ ਕਲੇ ਤੇ ਲੂਮੀ ਸੋਇਲ। ਕਲੇ ਤੇ ਲੂਮੀ ਸੋਇਲ ਦੇ ਵਿੱਚ ਇਸ ਨੂੰ ਉਗਾਇਆ ਜਾਂਦਾ ਹੈ। ਇਸ ਦੇ ਵਿੱਚ ਜੋ ਏਰੀਆਜ਼ ਨੇ ਉਹ ਕਵਰ ਕੀਤੇ ਜਾਂਦੇ ਨੇ ਵੈਸਟ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ, ਆਂਧਰਾ ਪ੍ਰਦੇਸ਼, ਇਹਨਾਂ ਏਰੀਆਜ਼ ਦੇ ਵਿੱਚ ਉਗਾਏ ਜਾਂਦੇ ਨੇ ਜੀ ਚਾਵਲ, ਚੌਲ। ਦੇਖੋ ਇਹਨਾਂ ਫਸਲਾਂ ਦੇ ਟੈਂਪਰੇਚਰ ਤੇ ਰੇਨਫਾਲ ਮੇਨਲੀ ਪੁੱਛੇ ਜਾਂਦੇ ਨੇ ਕਿ ਇੰਨੇ ਤੋਂ ਘੱਟ ਰੇਨਫਾਲ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ, ਇੰਨੇ ਤੋਂ ਵੱਧ ਰੇਨਫਾਲ ਵਿੱਚ ਕਿਹੜੀ ਫਸਲ ਉਗਾਈ ਜਾਂਦੀ ਹੈ, ਟੈਂਪਰੇਚਰ ਕਿੰਨੇ ਦੇ ਕਿੰਨਾ ਚਾਹੀਦਾ ਹੈ। ਤਾਂ ਇਹਨਾਂ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਯਾਦ ਰੱਖਣਾ ਜੀ। ਅੱਗੇ ਹੈ ਜੀ ਵੀਟ, ਕਣਕ। ਕਣਕ ਦੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 10 ਤੋਂ ਲੈ ਕੇ 15 ਡਿਗਰੀ ਸੈਲਸੀਅਸ ਦੇ ਵਿੱਚ। ਕਿਤੇ ਇਹ 5 ਤੋਂ 15 ਵੀ ਲਿਖਿਆ ਹੁੰਦਾ ਹੈ, ਇੰਨਾ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਸਿਰਫ ਯਾਦ ਰੱਖਣਾ ਕਿ 15 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਚਾਹੀਦਾ ਹੈ ਆਪਾਂ ਨੂੰ ਕਣਕ ਉਗਾਉਣ ਦੇ ਲਈ। ਤੇ 5 ਤੋਂ 15 ਸੈਂਟੀਮੀਟਰ ਤੱਕ ਆਪਾਂ ਨੂੰ ਰੇਨਫਾਲ ਚਾਹੀਦੀ ਹੈ, ਵਰਖਾ ਦੀ ਲੋੜ ਹੁੰਦੀ ਹੈ ਇਸ ਦੇ ਲਈ। ਵੀਟ ਦੇ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਕਲੇ ਤੇ ਲੂਮੀ ਸੋਇਲ ਦੇ ਵਿੱਚ ਇਹ ਉੱਗ ਜਾਂਦੀ ਹੈ। ਇਸ ਦੇ ਵਿੱਚ ਜੋ ਮੇਨ ਏਰੀਆਜ਼ ਨੇ ਯੂਪੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਐਂਡ ਰਾਜਸਥਾਨ, ਇਹ ਸਾਰੇ ਏਰੀਆਜ਼ ਨੇ ਜੋ ਕਿ ਕਣਕ ਨੂੰ ਸਭ ਤੋਂ ਵੱਧ ਪੈਦਾਵਾਰ ਕਰਦੇ ਨੇ। ਨੈਕਸਟ ਫਸਲ ਹੈ ਜੀ ਆਪਣੀ ਜਵਾਰ। ਜਵਾਰ ਦੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 27 ਤੋਂ ਲੈ ਕੇ 32 ਡਿਗਰੀ ਸੈਲਸੀਅਸ ਦੇ ਵਿੱਚ। 27 ਤੋਂ ਲੈ ਕੇ 32 ਡਿਗਰੀ ਸੈਲਸੀਅਸ ਦੇ ਵਿੱਚ ਤਾਪਮਾਨ ਚਾਹੀਦਾ ਹੈ। 30 ਤੋਂ ਲੈ ਕੇ 65 ਸੈਂਟੀਮੀਟਰ ਤੱਕ ਦੀ ਆਪਾਂ ਨੂੰ ਵਰਖਾ ਚਾਹੀਦੀ ਹੈ। ਸੋਇਲ ਇਹਦੇ ਵਿੱਚ ਬਲੈਕ, ਕਲੇਡ ਔਰ ਲੂਮੀ, ਇਹ ਜੀ ਸੋਇਲ ਆਪਾਂ ਨੂੰ ਇਸ ਲਈ ਚਾਹੀਦੀ ਹੈ ਜਵਾਰ ਉਗਾਉਣ ਦੇ ਲਈ। ਮੇਨ ਏਰੀਆਜ਼ ਨੇ ਮਹਾਰਾਸ਼ਟਰ, ਕਰਨਾਟਕਾ ਐਂਡ ਮੱਧ ਪ੍ਰਦੇਸ਼, ਇਹਨਾਂ ਏਰੀਆਜ਼ ਦੇ ਵਿੱਚ ਜਵਾਰ ਮੇਨਲੀ ਉਗਾਇਆ ਜਾਂਦਾ। ਅੱਗੇ ਹੈ ਜੀ ਟੀ, ਆਪਣੀ ਚਾਹ ਦੇ ਲਈ 24 ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ ਦਾ ਟੈਂਪਰੇਚਰ, 150 ਤੋਂ ਲੈ ਕੇ 200 ਸੈਂਟੀਮੀਟਰ ਤੱਕ ਦਾ ਰੇਨਫਾਲ। ਸੋਇਲ ਹੋ ਗਈ ਆਪਣੀ ਲੂਮੀ ਫੋਰੈਸਟ ਸੋਇਲ ਇਸ ਲਈ ਚਾਹੀਦੀ ਹੈ। ਏਰੀਆਜ਼ ਨੇ ਕਰਨਾਟਕਾ, ਤਮਿਲਨਾਡੂ, ਵੈਸਟ ਬੰਗਾਲ, ਅਸਾਮ। ਵੈਸਟ ਬੰਗਾਲ ਦੀ ਜੋ ਚਾਹ ਹੈ ਦਾਰਜਲਿੰਗ ਟੀ, ਇਹ ਸਭ ਤੋਂ ਮਹਿੰਗੀ ਚਾਹ ਹੈ ਜੀ ਪੂਰੀ ਦੁਨੀਆ ਦੀ, ਇਹ ਯਾਦ ਰੱਖਣਾ। ਸਭ ਤੋਂ ਮਹਿੰਗੀ ਚਾਹ ਕਿੱਥੇ ਉਗਾਈ ਜਾਂਦੀ ਹੈ? ਦਾਰਜਲਿੰਗ ਦੇ ਵਿੱਚ ਉਗਾਈ ਜਾਂਦੀ ਹੈ, ਵੈਸਟ ਬੰਗਾਲ ਦੇ ਵਿੱਚ। ਨੈਕਸਟ ਹੈ ਕਾਫੀ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 16 ਤੋਂ ਲੈ ਕੇ 28 ਡਿਗਰੀ ਸੈਲਸੀਅਸ ਦੇ ਵਿੱਚ। 150 ਤੋਂ ਲੈ ਕੇ 250 ਸੈਂਟੀਮੀਟਰ ਤੱਕ ਰੇਨਫਾਲ ਚਾਹੀਦੀ ਹੈ। ਸੋਇਲ ਸੇਮ ਹੈ ਲੂਮੀ ਫੋਰੈਸਟ ਸੋਇਲ। ਇਹਦੇ ਲਈ ਵੀ ਚਾਹ ਜਿਸ ਮਿੱਟੀ 'ਚ ਉੱਗ ਸਕਦੀ ਹੈ ਉਸ ਦੇ ਵਿੱਚ ਹੀ ਕਾਫੀ ਵੀ ਉੱਗਦੀ ਹੈ। ਤੇ ਇਹਦਾ ਮੇਨ ਹੈ ਕਰਨਾਟਕਾ, ਕੇਰਲਾ ਐਂਡ ਤਮਿਲਨਾਡੂ, ਇਹਨਾਂ ਏਰੀਆਜ਼ ਦੇ ਵਿੱਚ ਮੇਨਲੀ ਉਗਾਈ ਜਾਂਦੀ ਹੈ ਜੀ ਕਾਫੀ। ਅਗਲਾ ਹੈ ਜੀ ਆਪਣਾ ਰਬੜ ਦੇ ਲਈ ਟੈਂਪਰੇਚਰ ਚਾਹੀਦਾ ਹੈ 25 ਤੋਂ ਲੈ ਕੇ 35 ਡਿਗਰੀ ਸੈਲਸੀਅਸ ਦੇ ਵਿੱਚ। 300 ਸੈਂਟੀਮੀਟਰ ਰੇਨਫਾਲ ਚਾਹੀਦੀ ਹੈ। ਲੂਮੀ ਸੋਇਲ ਦੇ ਵਿੱਚ ਇਹ ਉੱਗਦੀ ਹੈ। ਤੇ ਮੇਨ ਏਰੀਆਜ਼ ਨੇ ਕਰਨਾਟਕਾ, ਕੇਰਲਾ, ਤਮਿਲਨਾਡੂ, ਕਈ ਵਾਰ ਇਸ ਵਿੱਚ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ, ਇਹਨਾਂ ਨੂੰ ਵੀ ਜੁਆਇਨ ਕਰ ਲਿਆ ਜਾਂਦਾ ਹੈ। ਤਾਂ ਯਾਦ ਰੱਖਣਾ ਹੈ ਕਰਨਾਟਕਾ, ਕੇਰਲਾ ਐਂਡ ਤਮਿਲਨਾਡੂ ਐਂਡ ਅੰਡੇਮਾਨ ਨਿਕੋਬਾਰ, ਇਹਨਾਂ ਏਰੀਆਜ਼ ਦੇ ਵਿੱਚ ਰਬੜ ਉਗਾਈ ਜਾਂਦੀ ਹੈ। ਤੰਬਾਕੂ ਦੇ ਵਿੱਚ ਜੋ ਟੈਂਪਰੇਚਰ ਚਾਹੀਦਾ ਹੈ 15 ਤੋਂ ਲੈ ਕੇ 38 ਡਿਗਰੀ ਸੈਲਸੀਅਸ ਤੱਕ। 15 ਤੋਂ ਲੈ ਕੇ 38 ਡਿਗਰੀ ਸੈਲਸੀਅਸ ਦੇ ਵਿੱਚ ਤੰਬਾਕੂ ਲਈ ਟੈਂਪਰੇਚਰ ਚਾਹੀਦਾ ਹੈ।
ਰੇਨਫੋਲ ਹੈ 50 ਸੈਂਟੀਮੀਟਰ ਤੇ ਮਿੱਟੀ ਸੈਂਡੀ ਮਿੱਟੀ ਦੇ ਵਿੱਚ ਇਹ ਉੱਗ ਜਾਂਦੇ ਆ। ਇਹਦੇ ਵਿੱਚ ਏਰੀਆਜ਼ ਨੇ ਜੋ ਯੂਪੀ, ਉੜੀਸਾ, ਕਰਨਾਟਕਾ, ਮੇਘਾਲਿਆ, ਇਹਨਾਂ ਏਰੀਆਜ਼ ਦੇ ਵਿੱਚ ਤੰਬਾਕੂ ਮੇਨਲੀ ਉਗਾਇਆ ਜਾਂਦਾ ਹੈ। ਅੱਗੇ ਹੈ ਜੀ ਬਾਜਰਾ। ਬਾਜਰੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 27 ਡਿਗਰੀ ਸੈਲਸੀਅਸ ਤੋਂ ਲੈ ਕੇ 32 ਡਿਗਰੀ ਸੈਲਸੀਅਸ ਦੇ ਵਿੱਚ। ਰੇਨਫੋਲ ਚਾਹੀਦੀ ਹੈ 50 ਤੋਂ ਲੈ ਕੇ 100 ਸੈਂਟੀਮੀਟਰ। ਮਿੱਟੀਆਂ ਚਾਹੀਦੀਆਂ ਨੇ ਅਲੂਵੀਅਲ, ਜਲੋੜ ਮਿੱਟੀ ਜਾਂ ਫਿਰ ਲੂਮੀ ਸੋਇਲ। ਜਲੋੜ ਮਿੱਟੀ ਜਾਂ ਫਿਰ ਲੂਮੀ ਸੋਇਲ ਦੇ ਵਿੱਚ ਇਹ ਉਗਾਇਆ ਜਾਂਦਾ ਹੈ। ਏਰੀਆਜ਼ ਨੇ ਰਾਜਸਥਾਨ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼ ਐਂਡ ਗੁਜਰਾਤ, ਇਹਨਾਂ ਏਰੀਆਜ਼ ਦੇ ਵਿੱਚ ਮੇਨਲੀ ਬਾਜਰਾ ਉਗਾਇਆ ਜਾਂਦਾ ਹੈ। ਅਗਲਾ ਹੈ ਮੱਕੀ, ਮੇਜ਼। ਇਸ ਲਈ ਜੋ ਟੈਂਪਰੇਚਰ ਹੈ ਉਹ ਹੈ 21 ਡਿਗਰੀ ਸੈਲਸੀਅਸ ਤੋਂ ਲੈ ਕੇ 27 ਡਿਗਰੀ ਸੈਲਸੀਅਸ ਦੇ ਵਿੱਚ। ਰੇਨਫੋਲ ਹੈ 60 ਤੋਂ ਲੈ ਕੇ 110 ਸੈਂਟੀਮੀਟਰ ਦੇ ਵਿੱਚ। ਸੋਇਲ ਹੈ ਲੂਮੀ, ਕਲੇਈ ਜਾਂ ਫਿਰ ਰੇਤਲੀ, ਸੈਂਡੀ ਸੋਇਲ। ਏਰੀਆਜ਼ ਨੇ ਮੱਧ ਪ੍ਰਦੇਸ਼, ਕਰਨਾਟਕਾ, ਮਹਾਰਾਸ਼ਟਰ, ਰਾਜਸਥਾਨ ਐਂਡ ਉੱਤਰ ਪ੍ਰਦੇਸ਼, ਇਹਨਾਂ ਏਰੀਆਜ਼ ਦੇ ਵਿੱਚ ਮੱਕੀ ਉਗਾਈ ਜਾਂਦੀ ਹੈ। ਨੈਕਸਟ ਹੈ ਜੀ ਪਲਸਿਸ, ਦਾਲਾਂ ਦੇ ਲਈ ਜੋ ਟੈਂਪਰੇਚਰ ਚਾਹੀਦਾ ਹੈ ਉਹ ਚਾਹੀਦਾ ਹੈ 20 ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ। 40 ਤੋਂ 45 ਸੈਂਟੀਮੀਟਰ ਤੱਕ ਰੇਨਫੋਲ, ਵਰਖਾ ਚਾਹੀਦੀ ਹੈ। ਲੂਮੀ ਸੋਇਲ ਦੇ ਵਿੱਚ ਇਹ ਮੇਨਲੀ ਉਗਾਈਆਂ ਜਾਂਦੀਆਂ ਨੇ। ਏਰੀਆਜ਼ ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਯੂਪੀ, ਰਾਜਸਥਾਨ ਐਂਡ ਆਂਧਰਾ ਪ੍ਰਦੇਸ਼, ਇਹਨਾਂ ਏਰੀਆਜ਼ ਦੇ ਵਿੱਚ ਮੇਨਲੀ ਦਾਲਾਂ ਉਗਾਈਆਂ ਜਾਂਦੀਆਂ ਨੇ। ਆਈ ਹੋਪ ਤੁਹਾਨੂੰ ਉਰੇ ਤੱਕ ਸਮਝ ਆਇਆ ਹੋਵੇਗਾ। ਤਾਂ ਸਾਰੀਆਂ ਹੀ ਜਿੰਨਾ ਵੀ ਆਪਣੇ 3 ਚਾਰਟ ਪੜ੍ਹੇ ਨੇ ਇਹਨਾਂ ਨੂੰ ਸਭ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਨੋਟ ਕਰਨਾ ਹੈ ਤੇ ਯਾਦ ਕਰਨਾ ਹੈ, ਕਿਉਂਕਿ ਇਸ ਦੇ ਵਿੱਚੋਂ ਬਹੁਤ ਅੱਛੇ ਲੈਵਲ ਦੇ ਕੁਐਸਚਨ ਆਉਂਦੇ ਨੇ ਤੇ ਤੁਸੀਂ ਉਸ ਦੇ ਵਿੱਚ ਮਾਰ ਨਹੀਂ ਖਾਓਗੇ। ਨੈਕਸਟ ਹੈ ਜੀ, ਹੁਣ ਤਾਂ ਆਪਾਂ ਨੇ ਪੜ੍ਹ ਲਿਆ ਸੀਗਾ ਜੀ ਸਾਰਾ ਸੀਜ਼ਨ ਦੇ ਆਧਾਰ ਦੇ ਉੱਤੇ ਜੋ ਵੰਡੀਆਂ ਗਈਆਂ ਸੀ। ਹੁਣ ਹੈ ਕਲਾਈਮੇਟ, ਜੋ ਕਲਾਈਮੇਟ ਕੰਡੀਸ਼ਨਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਦੀ ਅੱਗੇ ਕ੍ਰੌਪਸ ਵੰਡੀਆਂ ਗਈਆਂ ਨੇ। ਸਭ ਤੋਂ ਪਹਿਲੀ ਹੈ ਟ੍ਰੋਪੀਕਲ ਕ੍ਰੌਪਸ। ਟ੍ਰੋਪੀਕਲ ਕ੍ਰੌਪਸ ਕੀ ਹੁੰਦੀਆਂ ਨੇ? ਦੇਖੋ, ਜਿਵੇਂ ਆਪਾਂ ਜਾਣਦੇ ਹਾਂ ਕਿ ਅਰਥ ਦੇ ਜੋ ਸੈਂਟਰ ਦੇ ਵਿੱਚੋਂ ਲੈਟੀਟਿਊਡ ਨਿਕਲਦਾ ਹੈ ਉਹ ਹੈ 0 ਡਿਗਰੀ, ਇਸ ਨੂੰ ਆਪਾਂ ਕਹਿੰਦੇ ਹਾਂ ਇਕੁਏਟਰ। ਇਸ ਦੇ ਉੱਪਰ 23.5 ਡਿਗਰੀ ਤੋਂ ਨਿਕਲਣ ਵਾਲੇ ਨੂੰ ਕਹਿੰਦੇ ਹਾਂ ਆਪਾਂ ਟ੍ਰੋਪਿਕ ਆਫ ਕੈਂਸਰ, ਕਰਕ ਰੇਖਾ। ਤੇ 23.5 ਡਿਗਰੀ ਨਾਰਥ ਤੋਂ ਨਿਕਲਣ ਵਾਲੇ, ਆਪਣੇ ਸਾਊਥ ਤੋਂ ਨਿਕਲਣ ਵਾਲੇ ਨੂੰ ਆਪਾਂ ਕਹਿੰਦੇ ਹਾਂ ਟ੍ਰੋਪਿਕ ਆਫ ਕੈਪਰੀਕੋਰਨ, ਮੱਕਰ ਰੇਖਾ। ਤਾਂ ਜੋ ਟ੍ਰੋਪਿਕ ਆਫ ਕੈਂਸਰ ਤੋਂ ਲੈ ਕੇ ਟ੍ਰੋਪਿਕ ਆਫ ਕੈਪਰੀਕੋਰਨ, ਇਕੁਏਟਰ ਉਸ ਦੇ ਵਿੱਚ ਆ ਗਿਆ। ਜੋ ਇਹ ਏਰੀਆ ਹੈ ਜਿਸ ਨੂੰ ਆਪਾਂ ਹੀਟ ਜ਼ੋਨ ਕਹਿੰਦੇ ਹਾਂ, ਇਸ ਨੂੰ ਕਿਹਾ ਜਾਂਦਾ ਹੈ ਟ੍ਰੋਪੀਕਲ ਏਰੀਆ। ਜੋ ਇਸ ਏਰੀਆ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਨੇ ਉਸ ਨੂੰ ਕਿਹਾ ਜਾਂਦਾ ਨੇ ਟ੍ਰੋਪੀਕਲ ਕ੍ਰੌਪਸ। ਓਕੇ, ਹੁਣ ਇਸ ਦੇ ਵਿੱਚ ਹੀ ਧਰਤੀ ਦੇ ਵਿੱਚ ਹੀ ਜੋ ਟ੍ਰੋਪਿਕ ਆਫ ਕੈਂਸਰ ਦੇ ਉੱਪਰ ਇੱਕ ਲੈਟੀਟਿਊਡ ਜਾਂਦਾ ਹੈ 40 ਡਿਗਰੀ ਆਪਣਾ ਨਾਰਥ ਵਾਲਾ, ਉਵੇਂ ਹੀ ਟ੍ਰੋਪਿਕ ਆਫ ਕੈਪਰੀਕੋਰਨ, ਮੱਕਰ ਰੇਖਾ ਤੋਂ ਨੀਚੇ 40 ਡਿਗਰੀ ਸਾਊਥ ਵਾਲਾ। ਤਾਂ ਇਹਨਾਂ ਏਰੀਆਜ਼ ਦੇ ਉੱਪਰ, ਇਹਨਾਂ ਏਰੀਆਜ਼ ਨੂੰ ਕਿਹਾ ਜਾਂਦਾ ਹੈ ਸਬ ਟ੍ਰੋਪੀਕਲ। ਤਾਂ ਇਹਨਾਂ ਏਰੀਆਜ਼ ਦੇ ਉੱਪਰ ਜੋ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਸਬ ਟ੍ਰੋਪੀਕਲ ਕ੍ਰੌਪਸ। ਤੇ ਜੋ ਇਸ ਤੋਂ ਉੱਪਰ ਹੈ 66 ਡਿਗਰੀ ਹੋ ਗਿਆ, 66 ਡਿਗਰੀ ਨਾਰਥ ਹੋ ਗਿਆ, ਉਹਨਾਂ ਨੂੰ ਕਿਹਾ ਜਾਂਦਾ ਨੇ ਟੈਂਪਰੇਟ ਕ੍ਰੌਪਸ, ਜਿੱਥੇ ਕਿ ਠੰਡ ਜ਼ਿਆਦਾ ਹੁੰਦੀ ਹੈ। ਤੇ ਪੋਲਰ ਕ੍ਰੌਪਸ ਹੋ ਗਈਆਂ ਜੋ ਕਿ ਪੋਲਸ, ਧੂਰੇ ਦੇ ਨੇੜੇ ਤੇੜੇ ਜ਼ਿਆਦਾ ਉਗਾਈਆਂ ਜਾਂਦੀਆਂ ਨੇ, ਉਹ ਹੋ ਗਈਆਂ ਪੋਲਰ ਕ੍ਰੌਪਸ। ਇਹਨਾਂ ਤੋਂ ਇਲਾਵਾ ਇੱਕ ਹੁੰਦੀ ਹੈ ਐਰਿਡ ਕ੍ਰੌਪਸ ਹੋ ਗਈਆਂ ਜੋ ਕਿ ਆਪਣੇ ਬਿਲਕੁਲ ਡਰਾਈ ਏਰੀਆਜ਼ ਦੇ ਵਿੱਚ ਹੋਣ, ਡੈਜ਼ਰਟ ਟਾਈਪ ਏਰੀਆਜ਼ ਦੇ ਵਿੱਚ ਹੋਣ, ਉਹਨਾਂ ਨੂੰ ਕਿਹਾ ਜਾਂਦਾ ਹੈ ਐਰਿਡ ਕ੍ਰੌਪਸ। ਹੁਣ ਆਪਾਂ ਨੂੰ ਇਹ ਨਹੀਂ ਪੁੱਛਿਆ ਜਾਏਗਾ ਕਿ ਟ੍ਰੋਪੀਕਲ ਕ੍ਰੌਪਸ ਕਿਹੜੀਆਂ ਹੁੰਦੀਆਂ ਨੇ ਵਗੈਰਾ, ਆਪਾਂ ਨੂੰ ਪੁੱਛਿਆ ਜਾਣਗੀਆਂ ਇਸ ਦੀਆਂ ਐਗਜ਼ਾਮਪਲਸ। ਤਾਂ ਟ੍ਰੋਪੀਕਲ ਕ੍ਰੌਪਸ ਹੋ ਗਈਆਂ ਜਿਹੜੀਆਂ ਕਿ ਟ੍ਰੋਪਿਕ ਆਫ ਕੈਂਸਰ ਤੋਂ ਲੈ ਕੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਵਿੱਚ ਨੇ। 23.5 ਡਿਗਰੀ ਨਾਰਥ ਤੋਂ ਲੈ ਕੇ 23.5 ਡਿਗਰੀ ਸਾਊਥ, 23.5 ਡਿਗਰੀ ਉੱਤਰ ਤੋਂ ਲੈ ਕੇ 23.5 ਡਿਗਰੀ ਦੱਖਣ ਤੱਕ ਜਿਹੜੀਆਂ ਏਰੀਆ ਉਸ ਨੂੰ ਕਿਹਾ ਜਾਂਦਾ ਹੈ ਟ੍ਰੋਪੀਕਲ ਏਰੀਆ। ਤੇ ਇਸ ਦੇ ਵਿੱਚ ਉੱਗਣ ਵਾਲੀਆਂ ਕ੍ਰੌਪਸ ਨੂੰ ਕਿਹਾ ਜਾਂਦਾ ਹੈ ਟ੍ਰੋਪੀਕਲ ਕ੍ਰੌਪਸ। 23.5 ਡਿਗਰੀ ਤੋਂ ਉੱਪਰ ਜੋ 40 ਡਿਗਰੀ ਨਾਰਥ ਤੇ ਟ੍ਰੋਪਿਕ ਆਫ ਕੈਪਰੀਕੋਰਨ, 23.5 ਡਿਗਰੀ ਦੱਖਣ, ਉਸ ਤੋਂ ਨੀਚੇ ਜੋ 40 ਡਿਗਰੀ ਸਾਊਥ ਹੈ, ਇਹਨਾਂ ਏਰੀਆਜ਼ ਦੇ ਉੱਪਰ ਜਿਹੜਾ ਆਪਾਂ ਨੂੰ ਫਸਲਾਂ ਮਿਲਦੀਆਂ ਨੇ ਜਾਂ ਏਰੀਆ ਕਹਿੰਦੇ ਆ ਉਸ ਨੂੰ ਕਹਿੰਦੇ ਆ ਸਬ ਟ੍ਰੋਪੀਕਲ ਏਰੀਆ ਜਾਂ ਸਬ ਟ੍ਰੋਪੀਕਲ ਕ੍ਰੌਪਸ। ਇਸ ਤੋਂ ਉੱਪਰ ਜੋ ਠੰਡੇ ਮੌਸਮਾਂ ਦੇ ਵਿੱਚ ਵਗ ਜਾਂਦੀਆਂ ਨੇ ਏਰੀਆਜ਼ ਦੇ ਵਿੱਚ, ਉਸ ਨੂੰ ਕਿਹਾ ਜਾਂਦਾ ਹੈ ਟੈਂਪਰੇਟ ਏਰੀਆ ਜਾਂ ਫਿਰ ਟੈਂਪਰੇਟ ਕ੍ਰੌਪਸ। ਤੇ ਲਾਸਟ ਵਿੱਚ ਆਉਂਦੀਆਂ ਨੇ ਪੋਲਰ ਕ੍ਰੌਪਸ। ਐਰੀਡ ਕ੍ਰੌਪਸ ਹੋ ਗਈਆਂ ਜੋ ਕਿ ਆਪਣੇ ਡੈਜ਼ਰਟ ਵਗੈਰਾ ਵਾਲੇ ਏਰੀਆਜ਼ ਦੇ ਵਿੱਚ ਆਪਾਂ ਨੂੰ ਮੇਨਲੀ ਮਿਲਦੀਆਂ ਨੇ। ਤਾਂ ਹੁਣ ਐਗਜ਼ਾਮਪਲਸ ਯਾਦ ਰੱਖਣੀਆਂ ਨੇ। ਦੇਖੋ ਉਰੇ ਮੈਂ ਦੋ ਐਗਜ਼ਾਮਪਲਸ ਦੇਖੇ ਨੇ। ਟ੍ਰੋਪੀਕਲ ਕ੍ਰੌਪਸ ਦੀਆਂ ਐਗਜ਼ਾਮਪਲਸ ਹੋ ਗਈਆਂ ਕੋਕੋਨਟ, ਸ਼ੂਗਰ ਕੇਨ। ਪਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਆਪਣੇ ਯਾਦ ਰੱਖਣੀਆਂ ਨੇ, ਇਹਨਾਂ ਨੂੰ ਯਾਦ ਰੱਖੋ। ਕੋਕੋਨਟ ਹੋ ਗਈ, ਸ਼ੂਗਰ ਕੇਨ ਹੋ ਗਈ। ਇਸ ਤੋਂ ਇਲਾਵਾ ਮੈਂਗੋ ਵੀ ਟ੍ਰੋਪੀਕਲ ਕ੍ਰੌਪ ਹੈ। ਪਰਸੀਮਨ ਮੈਂਗੋ ਹੋ ਗਈ ਜੀ। ਪਰਸੀਮੋਨ ਤੋਂ ਇਲਾਵਾ ਜੈਕ ਫਰੂਟ, ਕਟਹਲ ਕਹਿੰਦੇ ਆ ਜਿਸ ਨੂੰ, ਜੈਕ ਫਰੂਟ ਤੋਂ ਇਲਾਵਾ ਪਪਾਇਆ ਤੋਂ ਇਲਾਵਾ ਬਨਾਨਾ ਤੋਂ ਇਲਾਵਾ ਫਾਲਸਾ, ਪੇਠਾ। ਲਾਸਟ ਵਨ ਇਜ਼ ਕਾਜੂ।
ਇਹ ਸਾਰੀਆਂ ਐਗਜ਼ਾਮਪਲਸ ਨੇ ਟ੍ਰੋਪੀਕਲ ਕ੍ਰੌਪਸ ਦੀਆਂ। ਕੋਕੋਨਟ, ਸ਼ੂਗਰ ਕੇਨ, ਮੈਂਗੋ, ਪਰਸੀਮੋਨ, ਜੈਕ ਫਰੂਟ, ਪਪਾਇਆ, ਬਨਾਨਾ, ਫਾਲਸਾ, ਕੇਠਾ, ਕੈਸ਼ੂ ਜਿਸ ਨੂੰ ਕਾਜੂ ਕਹਿੰਦੇ ਆ। ਇਹ ਸਾਰੀਆਂ ਐਗਜ਼ਾਮਪਲਸ ਨੇ ਟ੍ਰੋਪੀਕਲ ਕ੍ਰੌਪਸ ਦੀਆਂ। ਇਸ ਤੋਂ ਇਲਾਵਾ ਇੱਕ ਫਲ ਹੈ ਗੁਆਵਾ, ਜਿਸ ਨੂੰ ਆਪਾਂ ਕਹਿ ਦਿੰਦੇ ਆ ਗੁਆਵਾ, ਅਮਰੂਦ, ਗੁਆਵਾ ਦੋਨੋਂ ਬੋਥ ਟ੍ਰੋਪੀਕਲ ਐਂਡ ਸਬ ਟ੍ਰੋਪੀਕਲ ਦੋਨਾਂ ਦੇ ਵਿੱਚ ਆ ਜਾਂਦਾ ਹੈ, ਟ੍ਰੋਪੀਕਲ ਤੇ ਸਬ ਟ੍ਰੋਪੀਕਲ ਦੇ ਵਿੱਚ। ਤਾਂ ਗੁਆਵਾ ਇਸ ਤਰ੍ਹਾਂ ਦਾ ਫਰੂਟ ਹੈ, ਠੀਕ ਹੈ ਜੀ। ਤਾਂ ਯਾਦ ਰੱਖਣੇ ਨੇ ਐਗਜ਼ਾਮਪਲਸ ਟ੍ਰੋਪੀਕਲ ਕ੍ਰੌਪਸ ਦੀਆਂ ਸਾਰੀਆਂ ਐਗਜ਼ਾਮਪਲਸ ਨੇ ਜੋ ਆਪਾਂ ਨੇ ਯਾਦ ਰੱਖਣੇ, ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰ ਲਓ। ਅੱਗੇ ਹੈ ਜੀ ਸਬ ਟ੍ਰੋਪੀਕਲ ਕ੍ਰੌਪਸ। ਸਬ ਟ੍ਰੋਪੀਕਲ ਕ੍ਰੌਪਸ ਆ ਗਈਆਂ ਰਾਈਸ, ਕਾਟਨ ਤੋਂ ਇਲਾਵਾ ਸਬ ਟ੍ਰੋਪੀਕਲ ਕ੍ਰੌਪਸ ਦੇ ਵਿੱਚ ਆ ਗਈ ਲੀਚੀ, ਪਮਗਰਨੇਟ ਅਨਾਰ ਹੋ ਗਏ, ਗ੍ਰੇਪ ਅੰਗੂਰ ਹੋ ਗਏ ਜੀ। ਸਿਟਰਸ ਫਰੂਟ ਕਿਹੜੇ ਹੋ ਗਏ? ਔਰੇਂਜ ਸੰਤਰਾ ਹੋ ਗਿਆ, ਆਪਣਾ ਕਿੰਨੂ ਹੋ ਗਿਆ, ਨਿੰਬੂ ਹੋ ਗਿਆ, ਇਹ ਸਾਰੇ ਸਿਟਰਸ ਫਰੂਟ ਹੋ ਗਏ। ਆਮਲਾ ਵੀ ਸਬ ਟ੍ਰੋਪੀਕਲ ਦੇ ਵਿੱਚ ਆਉਂਦਾ ਹੈ। ਫਿਗ ਜਿਸ ਨੂੰ ਆਪਾਂ ਅੰਜੀਰ ਕਹਿੰਦੇ ਆ, ਅੰਜੀਰ, ਤਾਂ ਇਹ ਵੀ ਇਸ ਦੇ ਵਿੱਚ ਆਉਂਦਾ ਹੈ। ਆਪਣਾ ਇੱਕ ਬਿਲ ਦਾ ਦਰਖਤ, ਤੇ ਇੱਕ ਹੁੰਦਾ ਹੈ ਡੇਟ, ਖਜੂਰ। ਇਹ ਸਾਰੇ ਆਉਂਦੇ ਨੇ ਜੀ ਸਬ ਟ੍ਰੋਪੀਕਲ ਕ੍ਰੌਪਸ ਦੇ ਵਿੱਚ। ਤਾਂ ਰਾਈਸ, ਕਾਟਨ, ਲੀਚੀ, ਪਮਗਰਨੇਟ, ਗ੍ਰੇਪ, ਸਿਟਰਸ, ਆਮਲਾ, ਫਿਗ, ਬਿਲ ਤੇ ਡੇਟ, ਇਹ ਸਾਰੇ ਕਿਸ ਦੇ ਵਿੱਚ ਆਉਂਦੇ ਨੇ ਜੀ? ਸਬ ਟ੍ਰੋਪੀਕਲ ਕ੍ਰੌਪਸ ਦੇ ਵਿੱਚ ਆਉਂਦੇ ਨੇ। ਅੱਗੇ ਹੈ ਟੈਂਪਰੇਟ ਕ੍ਰੌਪਸ ਦੇ ਵਿੱਚ ਐਗਜ਼ਾਮਪਲਸ ਨੇ ਜੀ ਵੀਟ, ਬਾਰਲੇ, ਕਣਕ, ਜੌਂ। ਇਸ ਤੋਂ ਇਲਾਵਾ ਐਪਲ, ਸੇਬ, ਪਾਮ, ਪੀਚ, ਪਲਮ, ਚੈਰੀ, ਸਟ੍ਰਾਬੇਰੀ, ਵਾਲਨਟ, ਪੀਅਰ, ਇਹ ਸਾਰੀਆਂ ਐਗਜ਼ਾਮਪਲਸ ਨੇ ਟੈਂਪਰੇਟ ਕ੍ਰੌਪਸ ਦੀਆਂ। ਵੀਟ, ਬਾਰਲੇ, ਐਪਲ, ਪਾਮ, ਪੀਚ, ਪਲਮ, ਚੈਰੀ, ਸਟ੍ਰਾਬੇਰੀ, ਵਾਲਨਟ, ਪੀਅਰ। ਵਾਲਨਟ ਹੋ ਗਿਆ ਆਪਣੇ ਅਖਰੋਟ। ਇਹ ਸਾਰੀਆਂ ਐਗਜ਼ਾਮਪਲਸ ਨੇ ਟੈਂਪਰੇਟ ਕ੍ਰੌਪਸ ਦੀਆਂ। ਪੋਲਰ ਕ੍ਰੌਪਸ ਦੇ ਵਿੱਚ ਪਾਈਨਸ ਆ ਗਏ ਤੇ ਪਾਸਚਰ ਗ੍ਰਾਸ ਵਗੈਰਾ ਆ ਗਏ, ਇਹ ਆ ਗਈਆਂ ਪੋਲਰ ਕ੍ਰੌਪਸ ਦੀਆਂ। ਤੇ ਆਖਰ ਦੇ ਵਿੱਚ ਜੋ ਹੈਗੀ ਆਪਣੀ ਐਰਿਡ ਕ੍ਰੌਪਸ, ਜੋ ਆਪਣੇ ਡਰਾਈ ਨੇਗੀਆਂ, ਐਰਿਡ ਕਲਾਈਮੇਟ ਦੇ ਵਿੱਚ ਜੋ ਉਗਦੀਆਂ ਨੇ ਐਰਿਡ ਕ੍ਰੌਪਸ, ਉਹ ਕਿਹੜੀਆਂ ਨੇਗੀਆਂ? ਇਸ ਦੇ ਵਿੱਚ ਅਨਾਰ ਆ ਜਾਏਗਾ, ਕਸਟਰਡ ਐਪਲ ਆ ਜਾਏਗਾ, ਕਸਟਰਡ ਐਪਲ ਇਸ ਦੇ ਵਿੱਚ ਆਉਂਦਾ ਹੈ। ਟੈਮਰਿੰਡ ਇਸ ਦੇ ਵਿੱਚ ਆਉਂਦਾ ਹੈ, ਟੈਮਰਿੰਡ। ਡੇਟ ਵਗੈਰਾ ਆ ਗਈਆਂ, ਖਜੂਰ ਵਗੈਰਾ, ਉਹ ਵੀ ਇਸ ਦੇ ਵਿੱਚ ਆ ਜਾਂਦੀਆਂ। ਤਾਂ ਇਸ ਤਿੰਨ ਕੁ ਯਾਦ ਤੁਸੀਂ ਰੱਖ ਸਕਦੇ ਹੋ। ਤਾਂ ਟ੍ਰੋਪੀਕਲ, ਸਬ ਟ੍ਰੋਪੀਕਲ, ਟੈਂਪਰੇਟ, ਪੋਲਰ ਐਂਡ ਐਰਿਡ, ਇਹ 5 ਤਰ੍ਹਾਂ ਦੀਆਂ ਨੇ ਜੀ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਲਾਸਟ ਦੇ ਵਿੱਚ ਐਗਰੀਕਲਚਰ ਦੇ ਰਿਲੇਟਡ ਮੈਂ 5 MCQs ਰੱਖੇ ਨੇਗੇ। ਇਹ ਤੁਹਾਡਾ ਇੱਕ ਤਰ੍ਹਾਂ ਦਾ ਹੋਮਵਰਕ ਹੈ। ਤੁਸੀਂ ਹਰ ਇੱਕ MCQs ਦਾ ਆਨਸਰ ਖੁਦ ਲੱਭਣਾ ਹੈ। ਅਗਰ ਤੁਹਾਨੂੰ ਨਹੀਂ ਲੱਭੇਗਾ, ਤੁਸੀਂ ਮੈਨੂੰ ਜੋ ਆਨਸਰ ਦੇਣੇ ਉਹ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਨੈਕਸਟ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ 5 MCQs ਨੂੰ ਡਿਸਕਸ ਕਰਾਂਗੇ, ਉਸ ਤੋਂ ਬਾਅਦ ਆਪਾਂ ਅੱਗੇ ਇਸ ਨੂੰ ਕੰਟੀਨਿਊ ਕਰਾਂਗੇ। ਤਾਂ ਸਭ ਤੋਂ ਫਸਟ ਜੋ ਕੁਐਸਚਨ ਹੈ, ਦੈਟ ਇਜ਼ ਦ ਕ੍ਰੌਪ ਵਿਚ ਰਿਕੁਆਇਰਸ ਵਾਟਰ ਲੌਗਿੰਗ ਫॉर ਇਟਸ ਕਲਟੀਵੇਸ਼ਨ। ਉਹ ਫਸਲ ਕਿਹੜੀ ਹੈ ਜਿਸ ਦੇ ਲਈ ਆਪਾਂ ਨੂੰ ਵਾਟਰ ਲੌਗਿੰਗ ਕਰਨੀ ਪੈਂਦੀ ਹੈ, ਜਿਸ ਤਰ੍ਹਾਂ ਨਾਲ ਆਪਾਂ ਕਹਿੰਦੇ ਹੁੰਦੇ ਆ ਉਸ ਦੇ ਵਿੱਚ ਕੱਦੂ ਕਰਨਾ, ਪੰਜਾਬੀ 'ਚ ਕੱਦੂ ਕਰਨਾ। ਕਿਸ ਫਸਲ ਦੇ ਲਈ ਆਪਾਂ ਨੂੰ ਕੱਦੂ ਕਰਨਾ ਪੈਂਦਾ ਹੈ, ਕਿਸ ਫਸਲ ਦੇ ਲਈ ਕੱਦੂ ਕਰਨਾ ਮੋਸਟ ਇੰਪੋਰਟੈਂਟ ਹੈ, ਰਿਕੁਆਇਰਡ ਹੈ, ਤਾਂ ਉਹ ਫਸਲ ਕਿਹੜੀ ਹੈ? ਪਹਿਲਾ ਆਨਸਰ ਇਹ। ਅਗਲਾ ਹੈ ਦਾ ਕ੍ਰੌਪ ਬੈਸਟ ਸੂਟਡ ਇਨ ਏਰੀਆਜ਼ ਵੇਅਰ ਰੇਨਫਾਲਸ ਓਨਲੀ ਫॉर 2 ਮੰਥ। ਉਹ ਫਸਲ ਦੱਸੋ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚ ਬੜੀ ਅੱਛੇ ਤਰੀਕੇ ਨਾਲ ਉਗਾਈ ਜਾਂਦੀ ਹੈ ਜਿੱਥੇ ਕਿ ਫਸਲ ਜਿਹੜੀ ਮੀਂਹ ਹੈ ਉਹ ਸਿਰਫ ਵੱਧ ਤੋਂ ਵੱਧ 2 ਮਹੀਨੇ ਪੈਂਦਾ, ਉਸ ਤੋਂ ਵੱਧ ਨਹੀਂ ਪੈਂਦਾ। ਓਕੇ ਜੀ, ਇਸ ਦਾ ਆਨਸਰ ਤੁਸੀਂ ਦੇਣਾ ਹੈ। ਅਗਲੀ ਹੈ ਦਾ ਆਈਡੀਅਲ ਕ੍ਰੌਪ ਫॉर ਏਰੀਆਜ਼ ਵਿਦ ਰੇਨਫਾਲ ਅਬਵ 200 ਸੈਂਟੀਮੀਟਰ ਐਂਡ ਸਲੋਪਿੰਗ ਹਿਲਸ। ਉਹ ਫਸਲ ਦੱਸੋ ਜਿਹੜੀ ਕਿ ਉਹਨਾਂ ਏਰੀਆਜ਼ ਦੇ ਵਿੱਚ ਉਗਦੀ ਹੈ ਜੋ ਜਿੱਥੇ ਕਿ ਮੀਂਹ 200 ਸੈਂਟੀਮੀਟਰ ਤੋਂ ਵੱਧ ਪੈਂਦਾ ਹੈ ਤੇ ਉੱਥੇ ਜਿਹੜਾ ਆਪਣੀਆਂ ਹਿਲਸ ਨੇ ਉਹਨਾਂ ਦੀ ਢਲਾਨਾਂ ਬਣੀਆਂ ਹੋਈਆਂ ਨੇ, ਉਹਨਾਂ ਜਗ੍ਹਾ ਤੇ ਕਿਹੜੀ ਫਸਲ ਉਗਾਈ ਜਾਂਦੀ ਹੈ। ਚੌਥਾ ਕੁਐਸਚਨ ਹੈ ਦਾ ਕ੍ਰੌਪ ਵਿਚ ਰਿਕੁਆਇਰਸ ਏ ਲਾਰਜ ਅਮਾਉਂਟ ਆਫ ਰੇਨਫਾਲ ਐਂਡ ਨੋ ਸਟੈਂਡਿੰਗ ਵਾਟਰ। ਉਹ ਫਸਲ ਕਿਹੜੀ ਹੈ ਜਿਸ ਨੂੰ ਵੱਧ ਤੋਂ ਵੱਧ ਵਰਖਾ ਦੀ ਲੋੜ ਹੈ ਤੇ ਪਰ ਉਸ ਦੇ ਵਿੱਚ ਪਾਣੀ ਵੀ ਖੜਾ ਨਹੀਂ ਰਹਿਣਾ ਚਾਹੀਦਾ। ਵੱਧ ਤੋਂ ਵੱਧ ਮੀਂਹ ਵੀ ਚਾਹੀਦਾ ਪਰ ਪਾਣੀ ਵੀ ਖੜਾ ਨਾ ਹੋਵੇ। ਤਾਂ ਇਸ ਤਰ੍ਹਾਂ ਦੀ ਕ੍ਰੌਪ ਕਿਹੜੀ ਹੈ? ਆਖਰੀ ਹੈ ਦਾ ਕ੍ਰੌਪ ਵਿਚ ਇਜ਼ ਸੋਨ ਇਨ ਲਾਰਜੈਸਟ ਏਰੀਆ ਇਨ ਇੰਡੀਆ। ਭਾਰਤ ਦੇ ਵਿੱਚ ਸਭ ਤੋਂ ਵੱਧ ਏਰੀਆ ਕਵਰ ਕਰਨ ਵਾਲੀ ਫਸਲ ਕਿਹੜੀ ਹੈ? ਇਹ 5 MCQs ਨੇ, ਇਹਨਾਂ ਦੇ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਅਗਰ ਤੁਹਾਨੂੰ ਕਿਸੇ ਚੀਜ਼ ਆਨਸਰ ਨਹੀਂ ਮਿਲੇਗਾ ਤਾਂ ਉਸਦਾ ਆਪਾਂ ਆਨਸਰ ਅਗਲੀ ਵਾਰ ਡਿਸਕਸ ਕਰਾਂਗੇ। ਤਾਂ ਅਗਲੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ 5 MCQs ਆਪਾਂ ਡਿਸਕਸ ਕਰਾਂਗੇ, ਦੈਨ ਆਪਾਂ ਅੱਗੇ ਕੰਟੀਨਿਊ ਕਰਾਂਗੇ।
आई होप कि ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ। ਅਗਰ ਇਸ ਦੇ ਰਿਲੇਟਡ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ, ਜਾਂ ਫਿਰ ਸਾਡੇ ਟੈਲੀਗ੍ਰਾਮ ਦੇ ਵਿੱਚ ਸਾਨੂੰ ਜੁਆਇਨ ਹੋ ਕੇ ਅਸੀਂ ਸ਼ਾਮ ਨੂੰ ਅੱਧਾ ਘੰਟਾ ਇਸ ਨੂੰ ਆਪਣੇ ਟੈਲੀਗ੍ਰਾਮ ਗਰੁੱਪ ਨੂੰ ਓਪਨ ਕਰਦੇ ਹਾਂ, ਤੁਸੀਂ ਉੱਥੇ ਵੀ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਜਾਂਦੇ ਜਾਂਦੇ ਅਗਰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਿਓ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਜੋ ਕਿ ਪੇਪਰ ਦੀ ਪ੍ਰੈਪਰੇਸ਼ਨ ਕਰ ਰਹੇ ਨੇ। ਇਹ ਵੀਡੀਓਜ਼ ਬਿਲਕੁਲ ਫ੍ਰੀ ਨੇ। ਤੇ ਜਾਂਦੇ ਜਾਂਦੇ ਇੱਕ ਇੰਪੋਰਟੈਂਟ ਕੰਮ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾਇਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਜੋ ਲੈਕਚਰਸ ਨੇ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਨੋਟੀਫਿਕੇਸ਼ਨ ਉਹਨਾਂ ਦੀ ਮਿਲਦੀ ਰਹੇ ਤੇ ਤੁਸੀਂ ਸਾਡੇ ਫੈਮਿਲੀ ਮੈਂਬਰ ਬਣ ਜਾਓ। ਇਸ ਤੋਂ ਇਲਾਵਾ ਸਾਡਾ ਅੱਜ ਸ਼ਾਮ ਨੂੰ 5 ਵਜੇ ਐਕਸਾਈਜ਼ ਇੰਸਪੈਕਟਰ ਦਾ ਫਸਟ ਮੌਕ ਟੈਸਟ ਅਸੀਂ ਲੈਣ ਜਾ ਰਹੇ ਹਾਂ। ਅਗਰ ਤੁਸੀਂ ਇਸ ਦੇ ਇੱਛੁਕ ਹੋ ਤਾਂ ਤੁਸੀਂ ਸ਼ਾਮ ਨੂੰ 5 ਵਜੇ ਤਿਆਰ ਰਹੋ ਤੇ ਉਸੇ ਟੈਸਟ ਨੂੰ ਬੜੀ ਅੱਛੇ ਤਰੀਕੇ ਨਾਲ ਤੁਸੀਂ ਕੰਡਕਟ ਕਰਨਾ ਹੈ। ਲਾਸਟ ਦੇ ਵਿੱਚ ਅਗਰ ਇਸ ਵੀਡੀਓ ਨੂੰ ਪਸੰਦ ਕਰਿਆ ਤਾਂ ਇਸ ਨੂੰ ਲਾਈਕ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਥੈਂਕ ਯੂ।